ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਪ੍ਰਾਪਤ ਹਨ, ਆਓ ਜੋ ਸ਼ਾਮ ਦੇ ਸਮੇਂ ਦੀ ਗੁਰੂ ਘਰ ਦੀ ਮਰਜ਼ਾਦਾ, ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ, ਜੋ ਕਿ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਸਨ, ਉਹਨਾਂ ਦੁਆਰਾ ਰਚਿਤ 10 ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਨੂੰ ਕਵੀ ਸੰਤ ਰੇਣ ਜੀ ਨੇ ਛੰਦਾਬੰਦੀ ਅੰਦਰ ਕਾਵਿ ਰੂਪ ਦੇ ਵਿੱਚ ਇਹ ਇਤਿਹਾਸ ਲਿਖਿਆ ਹੈ। ਉਹ ਇਤਿਹਾਸ ਗੁਰਮੁਖੋ ਆਰੰਭ ਹੋਇਆ ਮਾਈ ਭਾਈ ਸਰਵਣ ਕਰਕੇ ਗੁਰੂ ਮਹਾਰਾਜ ਦੇ ਦਰ ਘਰ ਦੀ ਖੁਸ਼ੀ ਪ੍ਰਾਪਤ ਕਰ ਰਹੇ ਹੋ। ਪਹਿਲੇ ਮਹੱਲੇ ਦੇ ਵਿੱਚ ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਜੀਵਨ ਪ੍ਰਸੰਗ ਹੈ, ਉਹਦੇ ਵਿੱਚੋਂ ਆਪਾਂ ਜਿਹੜਾ ਹੈ 6 ਪ੍ਰਸੰਗ ਸਰਵਣ ਕਰ ਲਏ ਹੈ। ਨਾਮ ਖਸ਼ਟਮੋ ਮੰਦਰ ਹੈ। ਪਹਿਲੇ ਮਹੱਲੇ ਵਿੱਚੋਂ 6 ਘਰ ਕਥਾ ਜਿਹੜੀ ਹੈ ਉਹ ਸਰਵਣ ਕੀਤੀ ਕਿ ਕੱਲ ਜੋ ਆਪਾਂ ਕਥਾ ਇਹ ਵਿਚਾਰ ਸਰਵਣ ਕੀਤੀ ਹੈ, ਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਜਦੋਂ ਜੰਝੂ ਪਾਉਣ ਦੀ ਰਸਮ ਕਰਨ ਲੱਗੇ, ਸਤਿਗੁਰਾਂ ਨੇ ਜੋ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਹੀ ਤਾ ਪਾਂਡੇ ਕਤ, ਇਹ ਮਹਾਰਾਜ ਨੇ ਉਪਦੇਸ਼ ਦਿੱਤਾ। ਫਿਰ ਉੱਥੇ ਬੈਠੇ ਹੋਰ ਬ੍ਰਾਹਮਣਾਂ ਨੂੰ, ਫਿਰ ਜਿਹੜੇ ਖੱਤਰੀ ਵੰਸ਼ ਦੇ ਸਨ ਉਹਨਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਔਰ ਨਾਲ ਹੀ ਜਦੋਂ ਪੰਡਤ ਹਰਦਿਆਲ ਨੇ ਕਿਹਾ ਮਹਾਰਾਜ ਮੈਨੂੰ ਕਿਰਪਾ ਕਰੋ ਉਪਦੇਸ਼ ਦੇਵੋ, ਸਤਿਗੁਰਾਂ ਨੇ ਉਹਦੇ ਤੇ ਮਿਹਰ ਕੀਤੀ। ਕਹਿਣ ਲੱਗਿਆ ਮਹਾਰਾਜ
ਕਿ ਜੋ ਵੀ ਕੋਈ ਕਿਸੇ ਇਸ਼ਟ ਦੀ ਆਰਾਧਨਾ ਕਰਦਾ ਹੈ ਤਾਂ ਉਹਦੇ ਫਿਰ ਅੱਗੇ ਭੇਟਾ ਰੱਖਦਾ ਹੈ ਮਨ ਕਾਮਨਾ ਪੂਰੀਆਂ ਕਰਨ ਵਾਸਤੇ ਕਿ ਮਹਾਰਾਜ ਫਿਰ ਤੁਹਾਡੇ ਅੱਗੇ ਹੁਣ ਮੈਂ ਕੀ ਭੇਟਾ ਕਰਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਮਰਜ਼ਾਦਾ ਜਿਹੜੀ ਉਹ ਦੱਸੀ। ਭਾਈ ਅਕਾਲ ਪੁਰਖ ਵੱਲੋਂ ਕਹੀ ਹੋਈ ਮਰਜ਼ਾਦਾ ਹੈ ਕਿ ਗੁਰਮਤਿ ਦੇ ਵਿੱਚ ਗੁਰਸਿੱਖੀ ਵਿੱਚ ਇਹ ਮਰਜ਼ਾਦਾ ਪ੍ਰਚਲਿਤ ਕੀਤੀ। ਕੋਈ ਵੀ ਕਾਮਨਾ ਹੋਵੇ ਗੁਰਸਿੱਖ ਦੀ, ਆਪਾਂ ਜਿਵੇਂ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ਼ਟ ਰੂਪ ਮੰਨਦੇ ਹਨ, ਮਹਾਰਾਜ ਕਹਿੰਦੇ ਇੱਥੇ ਭਾਈ ਸਿੱਖੀ ਮਰਜ਼ਾਦਾ ਵਿੱਚ ਘਿਓ ਮੈਦਾ ਖੰਡ ਸਮ ਕਰ ਲੈ ਕੇ ਇਹ ਜਿਵੇਂ ਕੜਾਹ ਪ੍ਰਸ਼ਾਦ ਭਾਵ ਤਿਆਰ ਕਰਕੇ ਫਿਰ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖ ਕੇ ਅਰਦਾਸ ਕਰਨੀ ਹੈ। ਭੋਗ ਲੱਗਣ ਉਪਰੰਤ ਸੰਗਤਾਂ ਵਿੱਚ ਵਰਤਾਉਣਾ ਹੈ। ਤਾਂ ਇਸ ਤਰ੍ਹਾਂ ਮਨ ਇੱਛਤ ਤਿਹ ਪੂਰਨ ਹੋਏ, ਇਸ ਮੋਹ ਸੰਸਾਰ ਲਖੋ ਨਾ ਕੋਏ। ਮਹਾਰਾਜ ਕਹਿੰਦੇ ਇਹਦੇ ਵਿੱਚੋਂ ਭਾਈ ਮਨ ਇੱਛਤ ਜਿਹੜੀ ਹੈ ਇੱਛਾ ਪੂਰੀ ਹੋ ਜਾਏਗੀ, ਕੋਈ ਸੰਸ਼ੇ ਵਾਲੀ ਗੱਲ ਨਾ ਜਾਣਿਓ। ਤਿਉਂ ਫਿਰ ਪੰਡਤ ਹਰਦਿਆਲ ਨੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਅੱਗੇ ਰੱਖਿਆ। ਸਤਿਗੁਰਾਂ ਨੇ ਦ੍ਰਿਸ਼ਟੀ ਜਾਂ ਹਸਤ ਪੰਜਾ ਲਾ ਕਰਕੇ ਫਿਰ ਭੋਗ ਲਾਇਆ ਤੇ ਸੰਗਤਾਂ ਵਿੱਚ ਵਰਤਾਇਆ ਗਿਆ। ਹੁਣ ਜੋ ਫਿਰ ਇਹ ਮਰਜ਼ਾਦਾ ਹੈ, ਇਸ ਤਰ੍ਹਾਂ ਵੱਖ-ਵੱਖ ਰੂਪਾਂ ਵਿੱਚ ਮਰਜ਼ਾਦਾ ਰਹੀ ਹੈ। ਤੀਰ ਵੀ ਮਹਾਰਾਜ ਭੇਟ ਕਰਦੇ ਰਹੇ। 10ਵੇਂ ਪਾਤਸ਼ਾਹ ਮਹਾਰਾਜ ਨੇ ਮਰਜ਼ਾਦਾ ਬਣਾਈ ਕਿ ਜੋ ਕੜਾਹ ਪ੍ਰਸ਼ਾਦ ਹੈ ਇਹਨੂੰ ਭਾਈ ਕਿਰਪਾਨ ਭੇਟ ਕਰਨੇ। ਤਾਂ ਉਸ ਤੋਂ ਬਾਅਦ ਅਰਦਾਸ ਕਰਨੀ, ਕਿਰਪਾਨ ਭੇਟ ਕਰਨੀ, ਫਿਰ ਉਪਰੰਤ ਜੋ ਸੰਗਤਾਂ ਦੇ ਵਿੱਚ ਵਰਤਾਉਣਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਜੋ ਮਰਜ਼ਾਦਾ ਦਿੱਤੀ, ਤੇਹ ਦਿਨ ਤੇ ਗੁਰ ਮੰਤਰ ਕਰਾਹੇ। ਉਸ ਦਿਨ ਤੋਂ ਫਿਰ ਇੱਕ ਤਾਂ ਗੁਰ ਮੰਤਰ ਦੀ ਮਰਜ਼ਾਦਾ ਵੱਜ ਗਈ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਔਰ ਕੜਾਹ ਪ੍ਰਸ਼ਾਦ ਦੀ ਥਿਤ ਮਰਜ਼ਾਦਾ ਗੁਰਸਿੱਖ ਮਾਹੀ। ਇਹ ਫਿਰ ਮਰਜ਼ਾਦਾ ਗੁਰਸਿੱਖਾਂ ਦੇ ਵਿੱਚ ਜਿਹੜੀ ਹੈ ਪਰਪੱਕ ਹੋ ਗਈ, ਚੱਲੀ ਹੈ। ਭਾਵ ਹੈ ਕਿ ਕੜਾਹ ਪ੍ਰਸ਼ਾਦ ਦੀ ਪਹਿਲੀ ਵੇਰ ਉੱਥੋਂ ਮਹਾਰਾਜ ਨੇ ਭਾਈ ਸ਼ੁਰੂਆਤ ਕੀਤੀ। ਇਹ ਦੱਸਿਆ ਹੈ ਕਿ ਵੱਖ-ਵੱਖ ਧਰਮਾਂ ਵਿੱਚ ਇਸ਼ਟ ਦੇ ਅੱਗੇ ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥ ਰੱਖ ਕੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ। ਕਿਸੇ ਆਪਾਂ ਦੇਖਦੇ ਹਾਂ ਕਈ ਮੰਦਰਾਂ ਵਿੱਚ ਕਿਤੇ ਬੂੰਦੀ ਚੜ੍ਹਦੀ ਹੈ, ਕਿਤੇ ਲੱਡੂ ਚੜ੍ਹਦੇ ਆ, ਕਿਤੇ ਕੁਛ ਹੁੰਦਾ ਹੈ, ਕਿਤੇ ਜੋ ਭਾਈ ਸਿੱਖੀ ਮਰਜ਼ਾਦਾ ਹੈ ਗੁਰੂ ਘਰ ਦੀ, ਇੱਥੇ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਹੈ। ਉਹ ਠੀਕ ਹੈ ਵੀ ਬਾਕੀ ਜਿਹੜੇ ਪਦਾਰਥ ਨੇ ਕੋਈ ਕੁਛ ਲਿਆਉਂਦਾ ਉਹ ਇੱਕ ਖਾਣਯੋਗ ਪਦਾਰਥ ਨੇ ਹਨ, ਲੇਕਿਨ ਜੋ ਮਰਜ਼ਾਦਾ ਦੇ ਵਿੱਚ ਇਹੀ ਹੈ ਕਿ ਕੜਾਹ ਪ੍ਰਸ਼ਾਦ। ਤੋ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਆਓ ਅੱਗੇ 7ਵੇਂ ਮੰਦਰ ਦਾ ਭਾਵ 7ਵੇਂ ਘਰ 7ਵਾਂ ਪ੍ਰਸੰਗ ਉਹ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਦੱਸ ਰਹੇ ਨੇ। ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਮਤ 10 ਚੜਿਓ ਜਬ, ਕਾਲੂ ਮਨਹਿ ਵਿਚਾਰ। ਜਦੋਂ ਭਾਈ 10ਵਾਂ ਸਾਲ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਚੜ੍ਹਿਆ ਹੈ ਤਾਂ ਬਾਬਾ ਕਾਲੂ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ। ਫਾਰਸੀ ਲੇਖਾ ਨਹਿ ਪੜਿਓ, ਸੰਸਕ੍ਰਿਤ ਕਰੇ ਕਾਰ। ਵੀ ਪਹਿਲਾਂ ਜੋ ਪੰਡਤ ਕੋਲੇ ਪੜਨ ਵਾਸਤੇ ਭੇਜੇ, ਗੋਪਾਲ ਪੰਥ ਦੇ ਕੋਲੇ, ਉੱਥੇ ਵੀ ਮਹਾਰਾਜ ਆ ਗਏ। ਉਹ ਵੀ ਕਹਿੰਦਾ ਵੀ ਤੇ ਪਹਿਲਾਂ ਹੀ ਪੜ੍ਹੇ ਹੋਏ ਆ। ਕੁਤਬਦੀਨ ਮੁੱਲਾਂ ਕੋਲੇ ਭੇਜੇ, ਉਹ ਵੀ ਕਹਿੰਦੇ ਤੇ ਪਹਿਲਾਂ ਹੀ ਪੜ੍ਹੇ ਆ। ਇਸ ਕਰਕੇ ਬਾਬਾ ਕਾਲੂ ਜੀ ਸੋਚਦੇ ਨੇ ਹੁਣ ਇਹ ਫਾਰਸੀ ਲੇਖਾ ਜੋਖਾ ਤੇ ਪੜ੍ਹੇ ਨਹੀਂ, ਇਹਨਾਂ ਨੂੰ ਇਉਂ ਕਰੀਏ ਸੰਸਕ੍ਰਿਤ ਪੜ੍ਹਾ ਦਈਏ। ਸੰਸਕ੍ਰਿਤ ਕਰੇ ਕਾਰ। ਕੋਈ ਵਿਦਿਆ ਤੇ ਚਾਹੀਦੀ ਹੈ,
ਪਰ ਉਹ ਵਿਦਿਆ ਤਾਂ ਗੁਰਮੁਖ ਉਹਨੂੰ ਚਾਹੀਦੀ ਜਿਹਨੂੰ ਆਉਂਦੀ ਨਾ ਹੋਵੇ। ਗੁਰੂ ਨਾਨਕ ਦੇ ਪਾਤਸ਼ਾਹ ਤਾਂ ਵੱਖ-ਵੱਖ ਵਿਦਿਆ ਦੇ ਜਨਮ ਦਾਤੇ, ਉੱਥੋਂ ਤਾਂ ਵਿਦਿਆ ਸਫੁਰਨ ਹੋ ਰਹੀਆਂ, ਨਿਕਲ ਰਹੀਆਂ ਨੇ, ਉੱਥੇ ਤੇ ਸਾਰੀਆਂ ਹੀ ਵਿਦਿਆ ਹਨ। ਇਹ ਸੰਸਕ੍ਰਿਤ ਪੜ੍ਹਾਈਏ ਕਰੇ ਕਾਰ, ਕੋਈ ਕੰਮਕਾਰ ਕਰ ਲੈਣਗੇ ਚੌਪਈ। ਇੱਕ ਪੰਡਤ ਥੋ ਵੱਡੋ ਸਿਆਣੋ, ਇੱਕ ਭਾਈ ਉੱਥੇ ਪੰਡਤ ਸੀ, ਬਹੁਤ ਚੰਗਾ, ਰਾਏ ਭੋਏ ਦੀ ਤਲਵੰਡੀ, ਜੋ ਸਿਆਣਾ ਸੀ। ਨਾਮ ਸੋ ਦੇਵ ਦੱਤ ਪਹਿਚਾਨੋ, ਉਹਦਾ ਨਾਮ ਸੀ ਦੇਵ ਦੱਤ ਪੰਡਤ, ਇਹ ਜਾਣ ਲਓ। ਮਾਨੋ ਰੂਪ ਵੇਦ ਸੇ ਨੇ ਧਾਰਾ, ਇਉਂ ਮਾਨੋ ਵੀ ਵੇਦ ਨੇ ਆਪਣਾ ਰੂਪ ਧਾਰਿਆ, ਇਤਨਾ ਉਹ ਗਿਆਨਵਾਨ ਸੀ। ਦਿਗ ਵਿਜੈ ਕਰ ਬੈਠਿਓ ਭਾਰਾ, ਦਿਗ ਵਿਜੈ ਬੜੇ ਬੜੇ ਪੰਡਤਾਂ ਨੂੰ ਉਸਨੇ ਚਰਚਾ ਦੇ ਵਿੱਚ ਹਰਾਇਆ ਹੋਇਆ ਸੀ। ਇਉਂ ਦਿਗ ਵਿਜੇ ਕਰਕੇ ਉਹ ਮਹਾਨ ਬਣ ਕੇ ਬੈਠਾ ਸੀ। ਕਾਲੂ ਸ੍ਰੀ ਨਾਨਕ ਸੰਗ ਲੀਨੋ, ਬਾਬਾ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਾਲ ਲਿਆ ਹੈ। ਪਹੁੰਚੇ ਗ੍ਰਹਿ ਪੰਡਤ ਕੇ ਚੀਨੋ, ਇਹ ਜਾਣ ਲੋ ਭਾਈ ਕੇ ਫਿਰ ਗੁਰੂ ਸਾਹਿਬ ਨੂੰ ਲੈ ਕੇ ਬਾਬਾ ਕਾਲੂ ਜੀ ਪੰਡਤ ਦੇ ਘਰ ਪਹੁੰਚੇ ਹਨ। ਦੇਵ ਦੱਤ ਦੇ ਭੇਟਾ ਕਾਲੂ ਜੀ ਅਲਾਇਓ, ਭੇਟਾ ਰੱਖੀ ਹੈ ਜੋ ਰੀਤੀ ਮਰਜ਼ਾਦਾ ਸੀ। ਬਾਬਾ ਕਾਲੂ ਜੀ ਨੇ ਫਿਰ ਕਿਹਾ, ਪੰਡਤ ਜੀ ਇਹ ਬਾਲ ਬਢਾਇਓ, ਕਹਿੰਦੇ ਹੈ ਪੰਡਤ ਜੀ ਇਹ ਬਾਲਕ ਮੇਰਾ ਬਹੁਤ ਸਿਆਣਾ ਹੈ, ਬਢਾਇਓ ਚੰਗਾ ਹੈ, ਇਹਨੂੰ ਇਹ ਬਾਲ ਪੜ੍ਹਾਇਓ, ਕਿਰਪਾ ਕਰੋ ਇਸ ਬਾਲਕ ਨੂੰ ਪੜ੍ਹਾ ਦਿਓ। ਤਬ ਤਖਤੀ ਪੰਡਤ ਜੀ ਲੀਨ, ਤਦ ਭਾਈ ਪੰਡਤ ਦੇਵਦੱਤ ਜੀ ਨੇ ਇੱਕ ਫੱਟੀ ਲਈ ਹੈ। ਓਮ ਸੋ ਸੰਸਕ੍ਰਿਤ ਲਿਖ ਦੀਨ, ਓਮ ਲਿਖ ਦਿੱਤਾ ਸੰਸਕ੍ਰਿਤ ਦੇ ਵਿੱਚ। ਸ੍ਰੀ ਨਾਨਕ ਕੋ ਲੱਗੋ ਪੜਾਵਤ, ਸ੍ਰੀ ਨਾਨਕ ਕੋ ਲੱਗੋ ਪੜਾਵਨ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਦੇਵਦੱਤ ਪੰਡਤ ਪੜਾਉਣ ਲੱਗਿਆ ਸੰਸਕ੍ਰਿਤ। ਪੜੋ ਓਮ ਇਹ ਅੱਖਰ ਪਾਵਨ, ਕਿਹਾ ਹੈ ਨਾਨਕ ਓਮ ਪੜੋ, ਇਹ ਅੱਖਰ ਪਵਿੱਤਰ ਅੱਖਰ ਹੈ। ਸ੍ਰੀ ਨਾਨਕ ਕਹਿ ਪੰਡਤ ਸੁਣੀਏ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਹੇ ਪੰਡਤ ਸੁਣੋ, ਇਸ ਕਾ ਅਰਥ ਕਵਨ ਵਿਦ ਗੁਨੀਏ, ਇਹਦਾ ਅਰਥ ਵੀ ਦੱਸ, ਇਹਦਾ ਅਰਥ ਕੀ ਜਾਣੀਏ। ਸੁਨ ਪੰਡਤ ਆਸ਼ਚਰਜ ਸੋ ਥਾਇਓ, ਜਦੋਂ ਅੱਗੇ ਅਰਥਾਂ ਦੀ ਗੱਲ ਚੱਲ ਪਈ, ਉਹ ਕਹਿਣ ਲੱਗਿਆ ਵੀ ਇਹਦਾ ਅਰਥ ਜਿਹੜਾ ਹੈ ਓਮ 3 ਗੁਣਾਂ ਵਿੱਚ ਹੈ, ਉਹ ਸਾਰੀ ਦੱਸੇਗਾ। ਉਹ ਇਸ ਤਰ੍ਹਾਂ ਆਸ਼ਚਰਜ ਜਿਹਾ ਹੋ ਗਿਆ ਹੈ ਸੁਣ ਕੇ। ਪੁਨਹ ਅਰਥ ਕੋ ਭਾਖ ਸੁਨਾਇਓ, ਫਿਰ ਉਹਨੇ ਅਰਥ ਨੂੰ ਕਹਿ ਕੇ ਦੱਸਿਆ। ਦੋਹਰਾ ਰਾਜ ਸਤ ਤਮ ਸ਼ਿਵ ਬ੍ਰਹਮ ਹਰ, ਚਤੁਰਥ ਸ਼ਕਤੀਮਾਨ। ਕਹਿਣ ਲੱਗਿਆ ਵੀ ਇਸ ਦੇ ਅਰਥ ਨੇ ਓਮ, ਰਜੋ ਤਮੋ ਤੇ ਸਤੋ 3 ਗੁਣ ਨੇ, ਤੇ 3 ਹੀ ਇਹ ਗੁਣਾਂ ਦੇ ਮੁੱਖ ਦੇਵਤੇ ਹਨ। ਜਿਹੜਾ ਤਮੋ ਗੁਣ ਹੈ ਉਹ ਸ਼ਿਵ ਹੈ, ਤੇ ਜਿਹੜਾ ਗੁਰਮੁਖੋ ਰਜੋ ਗੁਣ ਹੈ ਉਹ ਬ੍ਰਹਮਾ ਹੈ। ਸਤੋ ਗੁਣ ਜਿਹੜਾ ਸਤੋ ਗੁਣ ਹੈ ਉਹ ਬ੍ਰਹਮਾ ਹੈ, ਜਿਹੜਾ ਰਜੋ ਗੁਣ ਹੈ ਉਹ ਵਿਸ਼ਨੂੰ ਹੈ। ਭਾਵ ਇੱਕ ਜਿਹੜਾ ਹੈ ਸਾਜਣਾ ਕਰਦਾ, ਇਹ ਵੀ ਇੱਕ ਗੁਣ ਹੈ ਅਸਲ ਵਿੱਚ ਰੱਬ ਦੇ। ਇੱਕ ਉਹ ਗੁਣ ਦੁਆਰਾ ਸ੍ਰਿਸ਼ਟੀ ਨੂੰ ਸਾਂਝ ਰਿਹਾ, ਇੱਕ ਗੁਣ ਦੁਆਰਾ ਪਾਲ ਰਿਹਾ ਹੈ, ਇੱਕ ਦੁਆਰਾ ਲੈਤਾ ਕਰਿਆ। ਨੂੰ 3 ਗੁਣ ਕਹਿੰਦੇ। 3 ਗੁਣਾਂ ਦੇ ਵਿੱਚ ਸੰਸਾਰ ਹੈ। ਜਿਹੜੇ ਗੁਰਮੁਖ ਨੇ ਪਰਮੇਸ਼ਰ ਦਾ ਨਾਮ ਜਪ ਕਰਕੇ ਉਹ 3 ਗੁਣਾਂ ਤੋਂ ਉੱਪਰ ਉੱਠ ਜਾਂਦੇ। ਮਾਇਆ ਤੋਂ ਵੀ, ਪਰਮੇਸ਼ਰ ਦੀ ਮਾਇਆ ਦੇ ਪ੍ਰਭਾਵ ਤੋਂ ਵੀ ਉੱਪਰ ਉੱਠ ਕੇ 4ਥੇ ਪਦ ਦੇ ਵਾਸੀ ਹੋ ਗਏ ਜਿਹੜੇ, ਉਹ ਫਿਰ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਂਦੇ ਹਨ।
ਵਰਨਾ ਸੰਸਾਰ ਤ੍ਰੈ ਗੁਣਾਂ ਦੇ ਵਿੱਚ ਹੈ। ਬਹੁਤੀ ਵਾਰ ਆਪਾਂ ਸਤੋ ਗੁਣੀ ਨੂੰ ਵੀ ਉੱਚ ਕੋਟੀ ਦਾ ਧਰਮੀ ਜਾਣ ਲੈਂਦੇ ਆ, ਲੇਕਿਨ ਧਰਮੀ ਪੁਰਸ਼ ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਜੇ। ਸੰਸਾਰ ਦੇ ਵਿੱਚ ਤ੍ਰੈ ਗੁਣ ਪਾਏ ਹਨ, ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ, ਨਿਰਗੁਣ ਆਪ ਸਰਗੁਣ ਭੀ ਉਹੀ। ਨਿਰਗੁਣ ਦਾ ਭਾਵ ਕੀ ਹੈ ਕਿ ਤ੍ਰੈ ਗੁਣਾਂ ਤੋਂ ਰਹਿਤ, ਉਹ ਆਪ ਪਰਮੇਸ਼ਰ ਹੈ। ਸਰਗੁਣ ਤ੍ਰੈ ਗੁਣਾ ਸਹਿਤ ਵੀ ਇਹ ਸੰਸਾਰ ਕੁਦਰਤ ਰੂਪ ਉਹ ਆਪ ਹੀ ਹੈ। ਤੇ ਇਸੇ ਨੂੰ ਫਿਰ ਭਲਾ ਕਰਨ ਵਾਸਤੇ ਅਕਾਲ ਪੁਰਖ ਸਾਕਾਰ ਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਏ। ਰਹੋ ਵਿਚਾਰ। ਪੰਡਤ ਦੇਵਦੱਤ ਕਹਿਣ ਲੱਗਿਆ, ਰਾਜ ਸਤ ਤਮ ਸ਼ਿਵ ਬ੍ਰਹਮ ਹਰ ਚਾਤੁਰਥ ਸ਼ਕਤੀਮਾਨ। ਕਹਿਣ ਲੱਗਿਆ, ਹੈ ਨਾਨਕ, ਜਿਵੇਂ ਤਿੰਨ ਗੁਣ ਨੇ ਇਸੇ ਤਰ੍ਹਾਂ ਤਿੰਨ ਪਰਮੁਖ ਗੁਣ ਰੂਪ ਦੇਵਤੇ ਸ਼ਿਵ ਬ੍ਰਹਮ ਹਰ ਨਾਮ ਵਿਸ਼ਨੂੰ ਨੇ। ਚਤੁਰਥ ਸ਼ਕਤੀਮਾਨ, ਚੌਥੀ ਉਸ ਦੀ ਜਿਹੜੀ ਮਾਇਆ ਹੈ, ਇਹ ਮੰਨ ਲਓ ਸ਼ਕਤੀ ਦਾ ਅਰਥ ਇੱਥੇ ਮਾਇਆ ਹੈ। ਅਰਥ ਜਾਨੀਏ ਓਮ ਕੋ ਵੇਦ ਆਦ ਪਹਿਚਾਨ। ਇਹ ਅਰਥ ਹਨ ਓਮ ਦੇ, ਜਾਣ ਲੈ, ਜੋ ਵੇਦ ਆਦਿਕਾਂ ਦੇ ਵਿੱਚ, ਵੇਦ ਆਦਿ ਗ੍ਰੰਥਾਂ ਵਿੱਚ ਦਿੱਤੇ ਹਨ। ਚੌਪਈ ਸ੍ਰੀ ਨਾਨਕ ਕਹਿ ਪੰਡਤ ਰਾਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੈ ਸਿਆਣੇ ਪੰਡਤ, ਇਸ ਮਹਿ ਚੂਕ ਬਹੁਤ ਅਧਿਕਾਏ। ਵੀ ਜਿਹੜਾ ਹੈ ਇਹਦੇ ਵਿੱਚ, ਕਿਉਂਕਿ ਇਹ ਵੀ ਤਾਂ ਇੱਥੇ ਲਿਖਤ ਕੀਤੀ, ਇਹਦੇ ਵਿੱਚ ਬਹੁਤ ਵੱਡੀ ਚੂਕ ਇਹ ਭੁੱਲ ਹੈ। ਜਿਸ ਤੇ ਪੈਦਾ ਹੋਏ ਸਭ ਦੇਵ। ਇਹ ਜਿਹੜਾ ਅਕਾਲ ਪੁਰਖ ਪ੍ਰਮਾਤਮਾ, ਤਾਂ ਹੁਣ ਤੂੰ ਕਹਤਾ ਓਮ ਦਾ ਅਰਥ ਹੈ ਸ਼ਿਵ ਬ੍ਰਹਮਾ ਹਰੇ, ਤੇ ਦੇਵਤਿਆਂ ਚ ਆ ਗਏ ਨਾ, ਭਾਵੇਂ ਪ੍ਰਮੁੱਖ ਨੇ ਦੂਜਿਆਂ ਵਿੱਚੋਂ, ਪਰ ਉਹ ਅੱਗੇ ਜੀ ਤੋਂ ਇਹ ਪੈਦਾ ਹੋਏ ਹਨ। ਜਿਸ ਤੇ ਪੈਦਾ ਹੋਏ ਸਭ ਦੇ ਦੇਵੀ ਦੇਵਤੇ ਹੈ। ਪੀਰ ਪੈਗੰਬਰ ਜਿਸ ਤੋਂ ਅੱਗੇ ਪੈਦਾ ਹੋਏ ਹਨ। ਉਸ ਕਾ ਤੁਮ ਨਹੀਂ ਜਾਣ ਸਭੇਵ। ਹੇ ਪੰਡਤ ਦੇਵਦੱਤ, ਉਸ ਪ੍ਰਮਾਤਮਾ ਦਾ ਜੀ ਤੋਂ ਇਹ ਸਭ ਪੈਦਾ ਹੋਇਆ, ਉਹਦਾ ਭਾਈ ਤੂੰ ਭੇਦ ਨਹੀਂ ਜਾਣਦਾ ਹੈ। ਸੁਨ ਪੰਡਤ ਮਨ ਮਾਹਿ ਵਿਚਾਰੀ। ਜਦੋਂ ਐਸਾ ਮਹਾਰਾਜ ਨੇ ਕਿਹਾ ਤਾਂ ਉਹ ਸਮਝ ਗਿਆ। ਵਿਦਵਾਨ ਜਿਹੜਾ ਹੁੰਦਾ ਉਹ ਤਾਂ ਇੱਕੋ ਗੱਲ 'ਚ ਹੀ ਗੁਰਮੁਖੋ ਗੱਲ ਪਕੜ ਕਰ ਜਾਂਦਾ ਹੈ ਵੀ ਇਹ ਬਾਤ ਕਿਆ ਹੈ। ਤੋ ਸੁਣ ਕੇ ਪੰਡਤ ਦੇਵਦੱਤ ਨੇ ਮਨ ਦੇ ਵਿੱਚ ਵਿਚਾਰਿਆ ਹੈ, ਯਹ ਤੋ ਮਹਾਪੁਰਖ ਅਵਤਾਰੀ। ਇਹ ਤਾਂ ਕੋਈ ਮਹਾਨ ਪੁਰਸ਼, ਅਵਤਾਰੀ ਪੁਰਸ਼ ਹੈ। ਮੈਂ ਬਹੁ ਪੜਿਓ ਨਾ ਸ਼ਾਂਤੀ ਆਈ। ਮੈਂ ਬੜੇ ਵੇਦ ਗ੍ਰੰਥ ਹੋਰ ਪੜ੍ਹ ਲਏ, ਪਰ ਮਨ ਨੂੰ ਸ਼ਾਂਤੀ ਨਹੀਂ ਆਈ ਸੀ। ਦਰਸ਼ਨ ਇਨ ਸਹਿਜ ਸੋ ਪਾਈ। ਅੱਜ ਇਹਨਾਂ ਦੇ ਦਰਸ਼ਨ ਹੋਏ ਨੇ, ਬਹੁਤ ਮਨ ਸ਼ਾਂਤ ਹੋਇਆ। ਸਹਿਜੇ ਹੀ ਕਹਿੰਦੇ ਸ਼ਾਂਤੀ, ਸਹਿਜ ਆਨੰਦ ਮਿਲ ਗਿਆ ਹੈ। ਸ਼ਰਧਾ ਪ੍ਰੇਮ ਸੇ ਪੁੱਛਣ ਲੱਗਾ। ਤੇ ਉਹ ਸ਼ਰਧਾ ਤੇ ਪ੍ਰੇਮ ਨਾਲ ਮਹਾਰਾਜ ਨੂੰ ਪੁੱਛਣ ਲੱਗਿਆ, ਕੌਣ ਓਮ ਤੇ ਭਾਖੋ ਆਗਾ। ਹੇ ਨਾਨਕ, ਫਿਰ ਦੱਸੋ ਓਮ ਤੋਂ ਅੱਗੇ ਕੀ ਹੈ, ਉਹ ਤੁਸੀਂ ਦੱਸ ਦਿਓ। ਜਗ ਗੁਰ ਕਰੁਣਾ ਕਰ ਮੁਖ ਬੋਲੇ। ਤਾਂ ਭਾਈ ਜਗਤ ਗੁਰੂ, ਕਿਰਪਾ ਕਰਨ ਵਾਲੇ ਸਤਿਗੁਰੂ ਜੀ ਆਪਣੇ ਮੁਖ ਤੋਂ ਬੋਲੇ ਹਨ। ਬਚਨ ਜਿਨਹੁ ਕੇ ਅਤੀ ਅਤੁੱਲੇ। ਜਿਨ੍ਹਾਂ ਦੇ ਬਚਨ ਬਹੁਤ ਬੇਸ਼ਕੀਮਤੀ ਹਨ। ਹੇ ਪੰਡਤ ਸੁਣੀਏ ਜੋ ਆਦ। ਹੇ ਪੰਡਤ ਦੇਵਦੱਤ, ਇਹਨਾਂ ਤਿੰਨਾਂ ਦੇਵਤਿਆਂ ਤੋਂ ਵੀ ਅੱਗੇ, ਓਮ ਤੋਂ ਵੀ ਅੱਗੇ ਜੋ ਹੈ, ਜੋ ਆਦ ਪੁਰਖ ਮੁੱਢ ਹੈ, ਉਹ ਸੁਣ ਲੈ। ਏਕ ਨਿਰੰਜਨ ਸਭ ਪਰਮਾਦ। ਜੋ ਇੱਕ ਨਿਰੰਜਨ ਅਕਾਲ ਪੁਰਖ ਮਲ ਮਾਇਆ ਤੋਂ ਰਹਿਤ ਪਰਮੇਸ਼ਰ ਹੈ, ਸਭ ਪਰਮਾਦ, ਪਰਮ ਆਦ, ਜੋ ਸਾਰਿਆਂ ਦਾ ਪਰਮਾਦ ਹੈ, ਪ੍ਰਮਾਦ ਬਣ ਗਿਆ। ਭਾਵ ਜੋ ਸਭ ਦਾ ਮੁੱਢ ਸਰੂਪ ਹੈ, ਜਿਹਨੇ ਇਹਨਾਂ ਨੂੰ ਵੀ ਸਾਜਿਆ, ਸਭ ਨੂੰ, ਗੁਣਾਂ ਨੂੰ, ਦੇਵਤਿਆਂ ਨੂੰ, ਉਹ ਹੈ ਇੱਕ ਅਕਾਲ ਪੁਰਖ। ਓੰਕਾਰ ਤੇ ਇੱਕ ਉਪਜਾਇਓ। ਉਸ ਇੱਕ ਨੇ ਹੀ ਫਿਰ ਅੱਗੇ ਓੰਕਾਰ ਸ਼ਬਦ ਸਰੂਪ ਤੋਂ ਇਹ ਸਾਰਾ ਕੁਝ
ਪੈਦਾ ਕੀਤਾ ਹੈ। ਪਾਏ ਆਗਿਆ ਸ੍ਰਿਸ਼ਟ ਰਚਾਇਓ। ਉਹਦੇ ਹੁਕਮ ਵਿੱਚ ਹੀ ਹੈ ਦੇਵਦੱਤ ਪੰਡਤ ਇੱਕ ਪਰਾਪਾਰ ਬ੍ਰਹਮ ਪਰਮੇਸ਼ਰ ਦੇ। ਉਹਦੀ ਆਗਿਆ ਪਾ ਕੇ ਅੱਗੇ ਇਹਨਾਂ ਗੁਣਾਂ ਨੇ ਫਿਰ ਮਾਇਆ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ। ਸੁਨ ਪੰਡਤ ਚਰਨਨ ਪਰ ਪਰਿਓ। ਉਹ ਲੰਬੀ ਚੌੜੀ ਵਿਚਾਰ ਚਰਚਾ ਹੋਈ ਹੈ ਇੱਥੇ। ਫਿਰ ਕਿਉਂਕਿ ਗੱਲ ਤਾਂ ਸੰਖੇਪ ਇਤਿਹਾਸ ਦੀ ਹੈ, ਇਸ ਤਰ੍ਹਾਂ ਵਿਚਾਰ ਹੋਣ ਤੋਂ ਬਾਅਦ ਇਹ ਗੱਲ ਸੁਣ ਕਰਕੇ ਇੱਕ ਬ੍ਰਹਮ ਦੀ ਅਕਾਲ ਪੁਰਖ ਦੀ ਜਿਹੜਾ ਪੰਡਤ ਦੇਵਦੱਤ ਸੀ ਸਤਿਗੁਰਾਂ ਦੇ ਚਰਨੀ ਪੈ ਗਿਆ ਹੈ। ਭੂਲ ਛਿਮੋ ਹਮ ਤੇ ਅਨੁਸਰਿਓ। ਵੀ ਮੈਂ ਜੋ ਤੁਹਾਨੂੰ ਕੁਝ ਕਹਿ ਬੈਠਾ ਹਾਂ ਕਿਰਪਾ ਕਰਕੇ ਮੇਰੀ ਭੁੱਲ ਨੂੰ ਮਾਫ ਕਰ ਦਿਓ। ਮੈਂ ਤੁਹਾਡੇ ਅਨੁਸਾਰੀ ਹਾਂ। ਵਿਦਿਆ ਪਠ ਬੜ ਮੋਹ ਅਹੰਕਾਰਾ। ਕਹਿੰਦਾ ਮੈਂ ਗ੍ਰੰਥ ਬਹੁਤ ਪੜ੍ਹੇ, ਬੜੇ ਬੜੇ ਪੰਡਤਾਂ ਨੂੰ ਸਭਾ ਦੇ ਵਿੱਚ ਮੈਂ ਹਰਾਇਆ, ਦਿਗਵਿਜੇ ਪੰਡਤ ਬਣ ਗਿਆ। ਵਿਦਿਆ ਬਹੁਤ ਪੜ੍ਹ ਲਈ, ਇਸ ਕਰਕੇ ਮੈਨੂੰ ਵਿਦਿਆ ਦਾ ਹੀ ਬਹੁਤ ਅਹੰਕਾਰ ਹੋ ਗਿਆ। ਬਚਰਾਵਰ ਸੇ ਅੱਜ ਕਟ ਡਾਰਾ। ਆ ਤੁਹਾਡੇ ਬਚਨਾਂ ਨੇ ਅੱਜ ਮੇਰਾ ਜਿਹੜਾ ਹੰਕਾਰ ਸੀ ਉਹ ਕੱਟ ਸੁੱਟਿਆ ਹੈ। ਦਾਸ ਜਾਨ ਮੁਝ ਆਪ ਬਚਾਵੋ। ਕਿਰਪਾ ਕਰਕੇ ਹੁਣ ਮੈਨੂੰ ਆਪਣਾ ਦਾਸ ਜਾਣ ਕੇ ਇਹਨਾਂ ਵਿਕਾਰਾਂ ਤੋਂ ਬਚਾ ਲਓ। ਭਵ ਸਾਗਰ ਤੇ ਪਾਰ ਕਰਾਵੋ। ਤੇ ਆ ਜਿਹੜਾ ਭਵ ਸਾਗਰ ਹੈ ਮਹਾਰਾਜ, ਇਸ ਸੰਸਾਰ ਤੋਂ ਮੈਨੂੰ ਪਾਰ ਕਰ ਦਿਓ। ਕਿਰਪਾ ਦ੍ਰਿਸ਼ਟ ਸੇ ਗੁਰ ਤਬ ਹੇਰਾ। ਤਦ ਫਿਰ ਗੁਰੂ ਸਾਹਿਬ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ। ਕੀਨ ਨਿਹਾਲ ਤਬੀ ਬਿਨ ਦੇਰਾ। ਬਿਨਾਂ ਦੇਰੀ ਤੋਂ ਭਾਈ ਉਸੇ ਛਿਨ ਪੰਡਤ ਦੇਵਦੱਤ ਨੂੰ ਸਤਿਗੁਰਾਂ ਨੇ ਨਿਹਾਲ ਕਰ ਦਿੱਤਾ ਹੈ। ਦੋਹਰਾ ਲੀਲਾ ਸ੍ਰੀ ਜਗ ਗੁਰੂ ਕੀ। ਅਚਰਜ ਲਖੀ ਨਾ ਜਾਏ। ਹੁਣ ਇੱਥੇ ਤੱਕ ਪੰਡਤ ਦੇਵਦੱਤ ਦਾ ਇਹ 7ਵੇਂ ਪ੍ਰਸੰਗ ਦੇ ਵਿੱਚ ਹੀ ਇੰਨੇ ਪ੍ਰਸੰਗ ਕਹਿ ਕੇ ਅੱਗੇ ਸੇ ਹੀ ਪ੍ਰਸੰਗ 7ਵੇਂ ਘਰ ਵਿੱਚ ਹੀ ਹੋਰ ਅੱਗੇ ਪ੍ਰਸੰਗ ਦੇ ਰਹੇ ਹੈ। ਇਹਨੇ ਲੀਲਾ ਸ੍ਰੀ ਜਗ ਗੁਰੂ ਕੀ। ਭਾਈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਲੀਲਾ ਕੌਤਕ ਜੋ ਹਨ ਆਚਰਜ ਲਖੀ ਨਾ ਜਾਏ। ਬੜੇ ਅਚਰਜ ਨੇ ਜਿਹੜੇ ਲਖੇ ਨਹੀਂ ਜਾਂਦੇ, ਜਾਣੇ ਨਹੀਂ ਜਾਂਦੇ, ਭਾਵ ਉਹਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ ਹੈ। ਰਹਿ ਸੁਭਾਵ ਸੋ ਅਸਤ ਮਹਿ। ਰਹਿ ਸੁਭਾਵ ਸੋ ਮਸਤ ਮਹਿ। ਬਰਨ ਇਕਾਦਸ ਥਾ ਬਰਸ ਇਕਾਦਸ ਥਾਇ। ਮਹਾਰਾਜ ਮਸਤ ਸੁਭਾਅ ਦੇ ਵਿੱਚ ਰਹਿੰਦੇ ਆ। ਰਹਿ ਸੁਭਾਵ ਸੋ ਮਸਤ ਮਹਿ ਬਰਸ ਇਕਾਦਸ ਥਾਇ। ਹੁਣ ਮਹਾਰਾਜ 11ਵੇਂ ਸਾਲ ਵਿੱਚ ਹੋ ਗਏ ਹਨ। ਚੌਪਈ ਗਊ ਮਹਿਕ ਬਾਬੇ ਕੇ ਬਹੁ ਘਰ। ਜੋ ਬਾਬਾ ਕਾਲੂ ਜੀ ਦੇ ਘਰ ਵਿੱਚ ਬਹੁਤ ਗਊਆਂ ਮੱਝਾਂ ਸਨ। ਰਖਵਾਰੋ ਚਰਵਾਰੇ ਬਹੁ ਨਰ। ਉਹਨਾਂ ਦੀ ਸਾਂਭ ਸੰਭਾਲ ਵਾਸਤੇ ਰਾਖੇ, ਕਿਉਂਕਿ ਬਹੁਤ ਮੱਝਾਂ ਸੀ। ਬੜੇ ਚੰਗੇ ਮਾਇਆ ਅਮੀਰ ਆਦਮੀ ਸੀ ਬਾਬਾ ਕਾਲੂ ਜੀ। ਚੰਗਾ ਵੱਡਾ ਸੋਹਣਾ ਉਹਨਾਂ ਸਮਿਆਂ ਦੇ ਵਿੱਚ ਮਕਾਨ ਸੀ। ਇਸ ਕਰਕੇ ਉਹ ਮੱਝਾਂ ਗਊਆਂ ਦੇ ਰਖਵਾਰੇ ਸਾਂਭ ਸੰਭਾਲ ਵਾਲੇ ਜਿਹੜੇ ਘਰੇ ਰਾਖੀ ਕਰਦੇ, ਫਿਰ ਚਰਵਾਰੇ ਜਿਹੜੇ ਬਾਹਰ ਉਹਨਾਂ ਨੂੰ ਚਾਰ ਕੇ ਲਿਆਉਂਦੇ ਬਹੁ ਨਰ। ਬੜੇ ਐਸੇ ਭਾਈ ਪ੍ਰਾਣੀ ਨੌਕਰ ਸਨ। ਇੱਕ ਬਾਸੁਰ ਗੁਰ ਕੋ ਚਰਵਾਲਾ। ਇੱਕ ਦਿਨ ਗੁਰੂ ਮਹਾਰਾਜ ਦਾ ਜਿਹੜਾ ਚਰਵਾਲਾ ਹੈ, ਵੈਸੇ ਤਾਂ ਆਪਾਂ ਇਹ ਜ਼ਿਆਦਾ ਇਤਿਹਾਸ ਹੈ, ਇਹਨੇ ਵੀ ਮਹਾਰਾਜ ਨੂੰ ਕਿਹਾ ਤੁਸੀਂ ਗਊਆਂ ਮੱਝਾਂ ਚਾਰ ਕੇ ਲਿਆਓ। ਅਸਲ ਦੇ ਵਿੱਚ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਲਿਖਿਆ ਵੀ ਉਹ ਇੱਕ ਚਰਵਾਲ ਚਾਰਨ ਵਾਲਾ ਸੀ। ਉਹ ਲੈ ਕੇ ਗਿਆ ਤੇ ਮਹਾਰਾਜ ਨਾਲ ਚਲੇ ਗਏ। ਗੁਰੂ ਸਾਹਿਬ ਵੀ ਚਲੇ ਗਏ ਵੀ ਚਲੋ ਕੌਤਕ ਮਹਾਰਾਜ ਨੇ ਕਰਨਾ ਹੈ। ਇੱਕ ਬਾਸੁਰ ਗੁਰ ਕੋ ਚਰਵਾਲਾ। ਗੁਰੂ ਸਾਹਿਬ ਦੇ ਜੋ ਭਾਈ ਚਰਵਾਲਾ ਪਸ਼ੂ ਚਾਰਨ ਵਾਲਾ ਸੀ, ਉਹ ਇੱਕ ਦਿਨ ਲੈ ਗਇਓ ਧੇਨ ਮਹਿਕ ਹਿਤ ਨਾਲਾ। ਉਹ ਪ੍ਰੇਮ ਸਹਿਤ ਗਊਆਂ ਮੱਝਾਂ ਨੂੰ ਲੈ ਕੇ ਗਿਆ ਹੈ।
ਬਨ ਮੈਂ ਜਬੀ ਪਹੁੰਚਿਓ ਜਾਏ। ਜਦੋਂ ਜੰਗਲ ਜਿਹਦੇ ਵਿੱਚ ਜਾ ਕੇ ਪਹੁੰਚਿਆ ਹੈ, ਚਰਵਾਲਾ ਤਬ ਨਿੰਦਰਾ ਪਾਏ। ਉੱਥੇ ਭਾਈ ਗਊਆਂ ਮੱਝਾਂ ਛੱਡਤੀਆਂ ਤੇ ਜਿਹੜਾ ਚਾਰਨ ਵਾਲਾ ਸੀ ਉਹਨੂੰ ਨੀਂਦ ਆ ਗਈ। ਧੇਨ ਤਬੈ ਇੱਕ ਖੇਤ ਮਝਾਰੇ। ਗਊਆਂ ਮੱਝਾਂ ਇੱਕ ਖੇਤ ਦੇ ਵਿੱਚ ਖਾਏ ਚਾਵਰਨ ਖੇਤ ਉਜਾਰੇ। ਚੌਲ ਜਾਂ ਕਣਕ, ਭਾਈ ਸੰਤੋਖ ਸਿੰਘ ਜੀ ਨੇ ਕਣਕ ਲਿਖਿਆ ਕਿ ਉਹਦੇ ਵਿੱਚ ਜਾਵੜੀਆਂ ਤੇ ਖਾ ਕੇ ਖੇਤ ਉਜਾੜ ਕਰ ਦਿੱਤਾ। ਚੰਗੀ ਵੱਡਾ ਫਸਲ ਹੋਈ ਵੀ ਸੀ, ਸਿੱਟਿਆਂ ਦੇ ਉੱਤੇ ਸੀ ਤੇ ਉਹ ਭਾਈ ਖਰਾਬ ਹੋ ਗਈ। ਇਤਨੇ ਮਹਿਰਾਹਕ ਚੱਲ ਆਇਓ। ਇੰਨੇ ਨੂੰ ਜਿਹੜਾ ਜ਼ਿਮੀਂਦਾਰ ਸੀ, ਕਿਰਸਾਨ, ਉਹ ਚੱਲ ਕੇ ਆ ਗਿਆ। ਰਾਹਕ ਕਿਰਸਾਨ ਨੂੰ ਕਹਿੰਦੇ ਹਨ। ਉਜਰਿਓ ਖੇਤ ਧੇਨ ਦਰਸਾਇਓ। ਦੇਖਿਆ ਖੇਤ ਉਜੜਿਆ ਪਿਆ ਹੈ, ਗਊਆਂ ਮੱਝਾਂ ਵਿੱਚ ਫਿਰਦੀਆਂ ਨੇ। ਰਾਹਕ ਮਨ ਮਹਿ ਅਤ ਦੁੱਖ ਪਾਏ। ਉਹ ਕਿਰਸਾਨ ਮਨ ਦੇ ਵਿੱਚ ਬਹੁਤ ਦੁਖੀ ਹੋਇਆ। ਗੋ ਮਹਿਖੀ ਲਈ ਆਗੇ ਲਾਏ। ਗਊਆਂ ਮੱਝਾਂ ਜਿੰਨੀਆਂ ਸੀ ਉਹਨੇ ਹੱਕ ਕੇ ਸਾਰੀਆਂ ਮੂਹਰੇ ਲਾ ਲਈਆਂ। ਚਰਵਾਰੇ ਕੋ ਦੇ ਬਹੁਗਾਰੀ। ਜਿਹੜਾ ਚਾਰਨ ਵਾਲਾ ਸੀ ਉਹਨੂੰ ਬੜੀਆਂ ਗਾਲਾਂ ਦਿੰਦਾ ਹੈ। ਖੇਤੀ ਹਮਰੀ ਤੁਮ ਹੈ ਉਜਾਰੀ। ਯਾ ਤੂੰ ਮੇਰੀ ਖੇਤੀ ਉਜਾੜ ਦਿੱਤੀ ਹੈ। ਚਰਵਾਰੋ ਕਹਿ ਮੰਤਰੀ ਕਾਰੂ। ਜਿਹੜਾ ਚਾਰਨ ਵਾਲਾ ਚਰਵਾਹਾ ਹੈ ਉਹ ਕਹਿਣ ਲੱਗਿਆ ਵੀ ਜੋ ਰਾਏ ਬੁਲਾਰ ਦਾ ਮੰਤਰੀ ਹੈ ਮੁੱਖ ਬਾਬਾ ਕਾਲੂ, ਮਹਿਕੀ ਤਿਸ ਕੀ ਲੈ ਨਿਰਧਾਰੂ। ਤੂੰ ਵਈ ਨਿਰਣਾ ਕਰਦਾ ਏ ਮੱਝਾਂ ਗਾਵਾਂ ਉਸ ਦੀਆਂ ਹਨ। ਪ੍ਰਿਥੀਦਾਰ ਕਹਿ ਮੈਂ ਨਹਿ ਜਾਨੋ। ਜਿਹੜਾ ਉਹ ਜ਼ਿਮੀਂਦਾਰ ਹੈ ਕਿਰਸਾਨੋ ਕਹਿੰਦਾ ਮੈਂ ਨਹੀਂ ਜਾਣਦਾ ਹਾਂ। ਭਰ ਲੇਵੈ ਮੈਂ ਸਭ ਨੁਕਸਾਨੋ। ਆ ਜਿੰਨਾ ਨੁਕਸਾਨ ਹੋਇਆ ਮੈਂ ਤਾਂ ਸਾਰਾ ਭਰਾਵਾਂਗਾ, ਸਾਰਾ ਲਵਾਂਗਾ। ਰਾਏ ਬੁਲਾਰ ਕੇ ਤੁਮਹਿ ਲਿਜਾਉ। ਤੇ ਤੈਨੂੰ ਵੀ ਫੜ ਕੇ ਰਾਏ ਬੁਲਾਰ ਦੀ ਕਚਹਿਰੀ ਚ ਲੈ ਕੇ ਜਾਵਾਂਗਾ। ਤਿਸ ਤੇ ਤੁਮ ਕੋ ਦੰਡ ਦਿਵਾਉ। ਤੈਨੂੰ ਰਾਏ ਬੁਲਾਰ ਦੀ ਕਚਹਿਰੀ ਵਿੱਚ ਮੈਂ ਪੇਸ਼ ਹੋ ਕੇ ਸਜ਼ਾ ਦਿਵਾਵਾਂਗਾ। ਰਾਏ ਬੁਲਾਰ ਸੁਣਿਓ ਜਬ ਨਾਮ। ਜਦੋਂ ਉਹ ਚਰਵਾਹੇ ਨੇ ਸੁਣਿਆ ਰਾਏ ਬੁਲਾਰ ਦਾ ਨਾਂ, ਚਰਵਾਹਾ ਤਬ ਮਨ ਘਬਰਾਨਾ। ਤੇ ਉਹ ਚਰਵਾਹਾ ਮਨ ਦੇ ਵਿੱਚ ਘਬਰਾ ਗਿਆ ਹੈ। ਇਤਨੇ ਮਹਿ ਗੁਰ ਨਾਨਕ ਆਇਓ। ਇਹਨੇ ਨੂੰ ਸਤਿਗੁਰੂ ਵੀ ਇਧਰੋਂ ਉਧਰੋਂ ਖੇਡਦੇ ਫਿਰਦੇ ਆ ਗਏ ਹਨ ਕੋਲ। ਚਰਵਾਲੇ ਕਹਿ ਬਿਨੇ ਅਲਾਇਓ। ਉਹ ਜਿਹੜਾ ਚਰਵਾਹਾ ਸੀ ਨਾ ਉਹਨੇ ਬੇਨਤੀ ਕੀਤੀ, ਸ੍ਰੀ ਨਾਨਕ ਜੀ ਧੇਨ ਤੁਮਾਰੀ। ਹੇ ਗੁਰੂ ਨਾਨਕ ਦੇ ਮਹਾਰਾਜਾ, ਤੁਹਾਡੀਆਂ ਹੀ ਗਊਆਂ ਮੱਝਾਂ ਹਨ। ਇਸ ਰਾਹਿਕ ਕੀ ਖੇਤ ਉਜਾਰੀ। ਆ ਇਸ ਕਿਰਸਾਨ ਦੀ ਖੇਤੀ ਉਜਾੜ ਦਿੱਤੀ ਹੈ। ਮੇਰੀ ਭੂਲ ਅਵੀ ਛੁਡਵਾਵੋ। ਮੇਰੀ ਭੁੱਲ ਹੈ ਕਿ ਮੈਨੂੰ ਛੁਡਵਾਵੋ। ਇਹ ਤੋਂ ਹੁਣ ਛੁਡਾ ਦਿਓ, ਕਿਉਂਕਿ ਤੇ ਰਾਏ ਬੁਲਾਰ ਕੋਲੇ ਪੇਸ਼ ਹੋਣ ਜਾਂਦਾ, ਮੈਨੂੰ ਸਜ਼ਾ ਮਿਲੂ। ਮੈਂ ਨੀਂਦ ਆ ਗਈ, ਪੈ ਗਿਆ। ਕਿਰਪਾ ਕਰੋ ਤੁਸੀਂ ਛੁਡਾ ਦਿਓ। ਪੁਨ ਐਸੇ ਨਹੀਂ ਕਰੋ ਕਦਾਬ। ਮੁੜ ਕੇ ਨਹੀਂ ਮੈਂ ਐਸੀ ਆਲਸ ਕਰਾਂਗਾ, ਪੂਰੀ ਖਿਆਲ ਰੱਖਾਂਗਾ, ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗਾ। ਸੁਣ ਕਰ ਸ੍ਰੀ ਗੁਰ ਦੀਨ ਦਿਆਲੂ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਗਰੀਬਾਂ ਤੇ ਦਇਆ ਕਰਨ ਵਾਲੇ ਕਹਿਣ ਲੱਗੇ ਤਬ ਬਚਨ ਰਸਾਲੂ। ਕਹਿਣ ਲੱਗੇ ਬਚਨ, ਮਿੱਠੇ ਪਿਆਰੇ ਬਚਨ। ਤੇ ਉਹ ਕਿਰਸਾਨ ਗਊਆਂ ਮੱਝਾਂ ਹੱਕੀ ਜਾਂਦਾ, ਚਰਵਾਹਾ ਮਿੰਨਤਾਂ ਕਰ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਵੀ ਅੱਗੇ ਹੋ ਕੇ ਉਸ ਨੂੰ ਭਾਈ ਰਸ ਦਾ ਇੱਕ ਬਚਨ ਕਹਿਣ ਲੱਗੇ, ਹੇ ਰਾਹਕ ਤੁਝ ਖੇਤੀ ਹਰੀ। ਤੇ ਉਹ ਜਦੋਂ ਨਗਰ ਦੇ ਕੋਲ ਨੂੰ ਲਿਆਇਆ, ਮਹਾਰਾਜ ਕਹਿੰਦੇ, ਹੇ ਕਿਰਸਾਨ ਭਾਈ, ਤੇਰੀ ਖੇਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਤੇਰੀ ਖੇਤੀ ਤੇ ਹਰੀ ਭਰੀ ਹੈ। ਦੇਖੋ ਜਾਏ ਸਰਸ ਬਹੁ ਖਰੀ।
ਜਾ ਜਾ ਕੇ ਵੇਖ ਲਓ ਤਾਂ ਸਾਰੀ ਬਹੁਤ ਖਿੜੀ ਹੋਈ ਹਰੀ ਭਰੀ ਖੜੀ ਹੈ। ਕਹਿ ਰਾਹਕ ਅਬ ਨਾਹਿ ਭੁਲਾਵੋ। ਤੇ ਜਿਹੜਾ ਕਰਸਾਨ ਆ ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਉੱਥੋਂ ਹੱਕ ਕੇ ਲਿਆਇਆ ਸਾਰੇ ਇਹ ਗਊਆਂ ਮੱਝਾਂ ਨੂੰ, ਮੇਰਾ ਤਾਂ ਸਾਰਾ ਖੇਤ ਉਜਾੜਿਆ ਪਿਆ, ਮੈਂ ਨਹੀਂ ਇਸ ਗੱਲ ਨੂੰ ਭੁੱਲਦਾ। ਆਪਣੋ ਦਾਸ ਨਾਹਿ ਅਬਹਿ ਛੁਡਾਵੋ। ਹੁਣ ਨਾ ਤੁਸੀਂ ਆਪਣੇ ਨੌਕਰ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਲਿਜਾਊਂ ਢਿਗ ਰਾਏ ਬੁਲਾਰ। ਮੈਂ ਤੇ ਰਾਏ ਬੁਲਾਰ ਦੇ ਕੋਲੇ ਨੂੰ ਲੈ ਕੇ ਜਾਵਾਂਗਾ। ਲੇਵੋ ਧਨ ਕਰਵਾਓ ਮਾਰ। ਤੇ ਨਾਲੇ ਮੈਂ ਆਪਣਾ ਧਨ ਲਵਾਂਗਾ ਜਿਹੜਾ ਮੇਰਾ ਨੁਕਸਾਨ ਹੋਇਆ, ਨਾਲੇ ਦੇ ਮਾਰ ਪਵਾਉਂਗਾ, ਸਜ਼ਾ ਦਿਵਾਉਂਗਾ। ਬਹੁਤ ਸਮਝਾਇਓ ਏਕ ਨਾ ਮਾਨੀ। ਮਹਾਰਾਜ ਨੇ ਉਹ ਕਰਸਾਨ ਨੂੰ ਬਹੁਤ ਸਮਝਾਇਆ, ਪਰ ਉਹਨੇ ਇੱਕ ਨਹੀਂ ਮੰਨੀ ਹੈ। ਗੁਰ ਮਹਿਮਾ ਤੇ ਜੋ ਅਣਜਾਨੀ। ਜਿਹੜਾ ਭਾਈ ਗੁਰੂ ਸਾਹਿਬ ਦੀ ਮਹਿਮਾ ਤੋਂ ਅਣਜਾਣ ਹੈ। ਲੈ ਚਰਵਾਲੇ ਕੋ ਤਬ ਚਾਲਾ। ਇਉਂ ਫੜ ਕੇ ਚਰਵਾਹੇ ਨੂੰ ਕਰਸਾਨ ਗਊਆਂ ਮੱਝਾਂ ਅੱਗੇ ਲਾ ਕੇ ਲੈ ਚੱਲਿਆ ਹੈ। ਸ੍ਰੀ ਨਾਨਕ ਭੀ ਤਿਸ ਕੇ ਨਾਲਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੀ ਉਸ ਦੇ ਨਾਲ ਗਏ ਹਨ। ਝਗਰਤ ਝਗਰਤ ਪਹੁੰਚੇ ਤਹਿਬਾ। ਇਉਂ ਲੜਦੇ ਲੜਦੇ ਝਗੜਦੇ ਝਗੜਦੇ ਉੱਥੇ ਪਹੁੰਚ ਗਏ। ਰਾਏ ਬੁਲਾਰ ਬੈਠਿਓ ਥਾ ਜਹਿਬਾ। ਜਿੱਥੇ ਭਾਈ ਰਾਏ ਬੁਲਾਰ ਬੈਠਾ ਹੈ। ਰਾਹਕ ਉੱਚੇ ਕੀਨ ਪੁਕਾਰੀ। ਕਰਸਾਨ ਨੇ ਉੱਚੀ ਪੁਕਾਰ ਭਾਵ ਬੇਨਤੀ ਕੀਤੀ। ਮੋਹੇ ਖੇਤ ਸਭ ਦੀਨ ਉਜਾਰੀ। ਕਹਿਣ ਲੱਗਿਆ, ਹੇ ਰਾਏ ਬੁਲਾਰ ਜੀ, ਮੇਰਾ ਖੇਤ ਸਾਰਾ ਇਹਨਾਂ ਨੇ ਉਜਾੜ ਦਿੱਤਾ ਹੈ। ਦੀਰਗ ਬਹੁ ਚਾਵਰ ਥੇ ਮੇਰੇ। ਮੇਰੇ ਤੇ ਜਿਹੜਾ ਖੇਤ ਵਿੱਚ ਚੌਲ ਬੜੇ ਵੱਡੇ ਵੱਡੇ ਚੰਗੇ ਖੜੇ ਸਨ। ਖਾਏ ਮਹਿਖਨ ਆਜ ਸਵੇਰੇ। ਆਜ ਸਵੇਰੇ ਸਾਰੇ ਗਊਆਂ ਮੱਝਾਂ ਨੇ ਖਾ ਲਏ। ਮੰਤਰੀ ਤੁਮਰੇ ਬਾਬਾ ਕਾਲੂ। ਇਹ ਸਾਰਾ ਕੁਝ ਗਊਆਂ ਮੱਝਾਂ ਹੈ ਰਾਏ ਬੁਲਾਰ ਤੇਰੇ ਮੰਤਰੀ ਬਾਬਾ ਕਾਲੂ ਦੀਆਂ ਹਨ। ਇਨਕੇ ਨੌਕਰ ਖੇਤ ਖਵਾਲੂ। ਤੇ ਇਹਨਾਂ ਦੇ ਨੌਕਰ ਨੇ ਸਾਰਾ ਖੇਤ ਖਵਾ ਦਿੱਤਾ ਹੈ। ਕਰੋ ਅਦਾਲਤ ਭੂਪਤ ਮੇਰੀ। ਐ ਰਾਜਾ ਰਾਏ ਬੁਲਾਰ, ਮੇਰੀ ਅਦਾਲਤ ਕਰੋ, ਭਾਵਨ ਸਾਫ਼ ਕਰੋ। ਨਾਤਰ ਉਜਰੈ ਪਰਜਾ ਤੇਰੀ। ਨਹੀਂ ਤਾਂ ਫਿਰ ਇਸ ਤਰ੍ਹਾਂ ਰੋਜ਼ ਹੀ ਕੁਛ ਹੋਣ ਲੱਗ ਜੂ, ਤੇਰੀ ਤਾਂ ਪਰਜਾ ਸਾਰੀ ਉਜੜ ਜਾਵੇਗੀ। ਦਿਨ ਪ੍ਰਤ ਅਸ ਬਿਦ ਜੇ ਕ੍ਰਿਸ ਉਜਰੈ। ਜੇ ਹਰ ਰੋਜ਼ ਇਸ ਤਰ੍ਹਾਂ ਖੇਤੀ ਉਜੜਦੀ ਰਹੀ। ਰਾਹਕ ਕੈਸ ਗੁਜ਼ਾਰਾ ਗੁਜਰੈ। ਤਾਂ ਫਿਰ ਕਰਸਾਨਾਂ ਦਾ ਦੱਸੋ ਕਿਵੇਂ ਗੁਜ਼ਾਰਾ ਹੋਵੇਗਾ। ਰਾਏ ਬੁਲਾਰ ਸੁਣ ਕਹਿ ਤਿਸ ਬੇਰਾ। ਤੋ ਰਾਏ ਬੁਲਾਰ ਉਸ ਸਮੇਂ ਸੁਣ ਕਰਕੇ, ਹੇ ਮੰਤਰੀ ਚਰਵਾਹਾ ਤੇਰਾ। ਕਹਿਣ ਲੱਗੇ, ਹੇ ਬਾਬਾ ਕਾਲੂ ਹੈ ਮੰਤਰੀ, ਆਹ ਜਿਹੜਾ ਚਰਵਾਹਾ ਹੈ ਤੁਹਾਡਾ, ਕੀ ਨੁਕਸਾਨ ਰਹਿਕ ਕੋ ਭਾਰੀ। ਇਹਨੇ ਦੇਖ ਕਰਸਾਨ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਸਗਰੋ ਖੇਤ ਸੁਦੀਨ ਉਜਾਰੀ। ਜੋ ਸਾਰਾ ਇਹਦਾ ਖੇਤ ਕਰਸਾਨ ਦਾ ਉਜਾੜ ਦਿੱਤਾ ਹੈ। ਇਸ ਕੋ ਸਜ਼ਾ ਦਿਓ ਅਬ ਭਾਰੀ। ਇਹਨੂੰ ਤੇ ਫਿਰ ਹੁਣ ਵੱਡੀ ਸਜ਼ਾ ਮੈਂ ਦੇਵਾਂਗਾ। ਕੋ ਨਾ ਕਰਹਿ ਗੋ ਐਸ ਅਗਾਰੀ। ਅੱਗੇ ਤੋਂ ਕੋਈ ਵੀ ਫਿਰ ਇਸ ਤਰ੍ਹਾਂ ਨਹੀਂ ਕਰੇਗਾ। ਅਸ ਸੁਨ ਕਰ ਸ੍ਰੀ ਨਾਨਕ ਬਾਣੀ। ਇਸ ਤਰ੍ਹਾਂ ਸੁਣ ਕੇ ਭਾਈ ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਬੋਲੇ। ਕਲਾਵਾਨ ਗੁਣ ਖਾਨੀ। ਜੋ ਭਾਈ ਸਾਰੀਆਂ ਸ਼ਕਤੀਆਂ ਦੇ ਮਾਲਕ ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿਣ ਲੱਗੇ, ਖੇਤੀ ਹਰੀ ਭਰੀ ਲੇਹੋ ਚੀਨਾ। ਐ ਰਾਏ ਬੁਲਾਰ ਜੀ, ਮੈਂ ਵੀ ਨਾਲ ਹੀ ਗਿਆ ਸੀ ਇਸ ਚਰਵਾਹੇ ਦੇ। ਖੇਤੀ ਤਾਂ ਸਾਰੀ ਹਰੀ ਭਰੀ ਹੈ, ਮੈਂ ਵੀ ਉੱਥੇ ਹੀ ਆਇਆ, ਪਰ ਤੁਸੀਂ ਬੇਸ਼ੱਕ ਵੇਖ ਲਓ।
ਤੁਮ ਕਸ ਚਾਹੋ ਸਜਾਏ ਸਦੀਨਾ। ਜਦੋਂ ਖੇਤੀ ਉਜੜੀ ਨਹੀਂ ਹੈ, ਸਾਰੀ ਹਰੀ ਭਰੀ ਹੈ, ਫਿਰ ਤੁਸੀਂ ਇਹਨੂੰ ਕਾਹਦੀ ਸਜ਼ਾ ਦੇਣੀ ਚਾਹੁੰਦੇ ਹੋ। ਸੁਨ ਕਰ ਪੁਨ ਬੋਲਿਓ ਕ੍ਰਿਖਕਾਰ। ਇਹ ਸੁਣ ਕੇ ਫਿਰ ਜਿਹੜਾ ਖੇਤੀ ਕਰਨ ਵਾਲਾ ਕਿਸਾਨ ਹੈ ਉਹ ਕਹਿਣ ਲੱਗਿਆ, ਸਾਬਤ ਏਕ ਨ ਪਾਤ ਕਦਾਰਾ। ਕਹਿੰਦਾ ਇੱਕ ਵੀ ਕਿਆਰਾ ਜਿਹੜਾ ਹੈ ਉਹ ਕੋਈ ਸਾਬਤ ਨਹੀਂ ਹੈ, ਸਭ ਖਰਾਬ ਕੀਤੇ ਪਏ ਹੈ। ਪਠ ਬਹੁ ਮਾਨਵ ਹੀ ਰਹਿ ਤਾਸੂ। ਕੋਈ ਤੁਸੀਂ ਆਪਣਾ ਬੰਦਾ ਭੇਜੋ, ਸਿਪਾਹੀ ਕੋਈ, ਸਭ ਕੁਝ ਵੇਖ ਲਵੇ। ਮੈਂ ਨਹਿ ਕਹੂੰ ਕੂਰ ਤੁਮ ਪਾਸੂ। ਐ ਰਾਏ ਬੁਲਾਰ, ਮੈਂ ਕੋਈ ਤੇਰੇ ਕੋਲੇ ਝੂਠ ਨਹੀਂ ਕਹਿੰਦਾ ਹਾਂ। ਜੁਗਲ ਬਚਨ ਸੁਨ ਸੰਸਾ ਆਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਅਸੀਂ ਵੀ ਨਾਲ ਗਏ ਸੀ, ਕੁਛ ਨਹੀਂ ਉੱਥੇ ਉਜੜਿਆ ਹੈ, ਇਹਦੀ ਤਾਂ ਖੇਤੀ ਵਧੀਆ ਖੜੀ ਹੈ। ਇਉਂ ਦੋਵੇਂ ਪਾਸਿਆਂ ਤੋਂ ਇਸ ਤਰ੍ਹਾਂ ਬਚਨ ਸੁਣ ਕੇ ਰਾਏ ਬੁਲਾਰ ਦੇ ਮਨ ਵਿੱਚ ਸੰਸਾ ਪੈਦਾ ਹੋ ਗਿਆ। ਨਿਰਣੈ ਕਾਰਨ ਮਨੁਜ ਪਠਾਇਆ। ਫਿਰ ਉਹਨੇ ਨਿਰਣਾ ਕਰਨ ਵਾਸਤੇ ਇੱਕ ਆਪਣਾ ਆਦਮੀ ਭੇਜਿਆ ਹੈ। ਹੇਰਿਓ ਫਿਰ ਕੈ ਨਰ ਬਹੁ ਘਾਤੇ। ਤਾਂ ਸਾਰੇ ਖੇਤਾਂ ਵਿੱਚ ਉੱਥੇ ਆਲੇ ਦੁਆਲੇ ਫਿਰ ਕੇ ਉਸ ਬੰਦੇ ਆਦਮੀ ਨੇ ਵੇਖਿਆ, ਬਿਘਨ ਨ ਦੀਸੈ ਮੁਰਿਓ ਤਿਹਾਤੇ। ਜਿੱਥੇ ਦੱਸਿਆ ਸੀ ਉਹਨੇ ਖੇਤ, ਉੱਥੇ ਤੇ ਕੋਈ ਬਿਘਨ ਕੋਈ ਖਰਾਬੀ ਨਹੀਂ ਦਿਸਦੀ ਹੈ। ਉਹ ਵਾਪਸ ਮੁੜਿਆ ਆਇਆ ਹੈ। ਆਏ ਰਾਏ ਸੋ ਬਾਤ ਜਨਾਈ। ਤੇ ਆ ਕੇ ਰਾਏ ਬੁਲਾਰ ਨੂੰ ਕਹਿੰਦਾ ਹੈ, ਮੈਂ ਹੇਰੀ ਫਿਰ ਕੈ ਚੌਹਕਾਈ। ਇਹ ਰਾਏ ਬੁਲਾਰ ਜੀ, ਮੈਂ ਤਾਂ ਸਾਰੇ ਚਾਰੇ ਪਾਸੇ ਘੁੰਮ ਫਿਰ ਕੇ ਵੇਖ ਲਿਆ। ਨਹਿ ਪਸ ਖੋਜ ਨਾ ਬੂਟਾ ਟੂਟਾ। ਉੱਥੇ ਤਾਂ ਕੋਈ ਪਸ਼ੂ ਦਾ ਖੁਰ ਵੀ ਨਹੀਂ ਹੈ ਕਿਤੇ ਲੱਗਿਆ, ਤੇ ਨਾ ਹੀ ਕੋਈ ਬੂਟਾ ਟੁੱਟਿਆ ਹੋਇਆ ਹੈ। ਰਹੇ ਉਹ ਨਿਸਰ ਸਭ ਸਾਬਤ ਸੂਟਾ। ਸਾਰੇ ਸਿੱਟੇ ਜਿਹੜੇ ਐਨ ਪੂਰੇ ਸਾਬਤ ਨੇ, ਨਿਸਰੇ ਹੋਏ ਹਨ। ਚਹੂੰ ਔਰ ਕਿਤ ਬਾਰ ਨ ਤੋਰੀ। ਫਿਰ ਬਾੜ ਕੀਤੀ ਹੋਈ ਹੈ ਚਾਰੇ ਪਾਸੇ, ਉਹ ਵੀ ਕਿਤੋਂ ਨਹੀਂ ਟੁੱਟੀ ਹੋਈ ਹੈ। ਹਰੀ ਖਰੀ ਭੂਜਰੀ ਸੋਜੋਰੀ। ਕਹਿੰਦੇ ਸਾਰੀ ਖੇਤੀ ਜਿਹੜੀ ਹੈ ਧਰਤੀ ਨਾਲ ਜੜਾਂ ਨਾਲ ਜੁੜੀ ਹੋਈ, ਸਾਰੀ ਹਰੀ ਭਰੀ ਖੜੀ ਹੈ। ਰਾਹਕ ਝੂਠੋ ਦੇਤ ਦੁਹਾਈ। ਉਹ ਸਿਪਾਹੀ ਕਹਿੰਦਾ, ਰਾਏ ਬੁਲਾਰ, ਇਹ ਜਿਹੜਾ ਕਿਸਾਨ ਐਵੇਂ ਝੂਠੀਆਂ ਦੁਹਾਈਆਂ ਦਿੰਦਾ ਹੈ। ਉਚਿਤ ਦੰਡ ਕੇ ਹੈ ਨਰ ਰਾਈ। ਐ ਨਰਾਂ ਦੇ ਰਾਜਾ ਰਾਏ ਬੁਲਾਰ, ਸਗੋਂ ਇਹ ਕਿਸਾਨ ਨੂੰ ਦੰਡ ਦੇ ਜਿਹੜਾ ਝੂਠੀ ਸ਼ਿਕਾਇਤ ਕਰਦਾ, ਇਹ ਦੰਡ ਦੇ ਉਚਿਤ ਹੈ। ਸੁਣ ਕਰ ਜ਼ਿਮੀਂਦਾਰ ਬੇਸਮਾਨਾ। ਇਹ ਸੁਣ ਕੇ ਉਹ ਜ਼ਿਮੀਂਦਾਰ ਹੈਰਾਨ ਹੋ ਗਿਆ ਹੈ। ਨਿਜ ਹੇਰਨ ਕੋ ਕੀਨਸ ਪਿਆਨਾ। ਕਹਿੰਦਾ ਜੀ ਮੈਂ ਦੇਖ ਕੇ ਆਉਣਾ ਹਾਂ। ਇਉਂ ਭਾਈ ਆਪ ਦੇਖਣ ਵਾਸਤੇ ਚੱਲਿਆ ਹੈ। ਪੂਰਨ ਸਰਸ ਜਹਾਂ ਚੌਹ ਕੋਨਾ। ਚਾਰੇ ਕੋਨਿਆਂ ਤੱਕ ਸਾਰੀ ਪੂਰੀ ਸਰਸ ਹਰੀ ਭਰੀ ਖੇਤੀ ਖੜੀ ਹੈ। ਅਤਵਾਰੇ ਜਿਮ ਕੀਨ ਸਮੂਨਾ। ਇਸ ਤਰ੍ਹਾਂ ਮਤਵਾਰੇ ਜਿਮ ਕੀਨ ਸਮੂਨਾ। ਉਹ ਤਾਂ ਜਿਵੇਂ ਕੋਈ ਮਤਵਾਰਾ ਹੋ ਜਾਂਦਾ ਮਸਤ, ਇਉਂ ਭਾਈ ਚੁੱਪ ਹੀ ਕਰ ਗਿਆ ਹੈ। ਸਭ ਕੇਦਾਰ ਉਜਰਾਇਆ ਬਹੇਰੇ। ਕਹਿੰਦਾ ਹੁਣ ਤਾਂ ਸਾਰੇ ਜਿਹੜੇ ਐ ਮੈਂ ਕਿਆਰੇ, ਸਾਰੀ ਖੇਤੀ ਮੈਂ ਪਹਿਲਾਂ ਤਾਂ ਉਜੜੀ ਹੋਈ ਵੇਖੀ ਸੀ। ਗਇਓ ਰਾਏ ਢਿਗ ਲੱਗੀ ਨਾ ਦੇਰੇ। ਤੇ ਮੈਂ ਤੇ ਉਦੋਂ ਹੀ ਰਾਏ ਬੁਲਾਰ ਦੇ ਕੋਲ ਚਲਿਆ ਗਿਆ, ਕੋਈ ਦੇਰ ਵੀ ਨਹੀਂ ਲੱਗੀ ਹੈ। ਆਵਤ ਲੋ ਹਰਿਆਵਲ ਭਾਰੀ। ਹਾਂ ਹੁਣ ਮੁੜ ਕੇ ਆਏ ਥੋੜੇ ਸਮੇਂ ਬਾਅਦ, ਇਹ ਤੇ ਪੂਰੀ ਹਰੀ ਭਰੀ ਹੈ। ਭਇਓ ਨ ਕਾਰਨ ਜਾਤ ਵਿਚਾਰੀ। ਇਹਦਾ ਕੀ ਕਾਰਨ ਹੋਇਆ ਇਸ ਗੱਲ ਨੂੰ ਤੇ ਵਿਚਾਰਿਆ ਨਹੀਂ ਜਾਂਦਾ ਹੈ। ਰਾਏ ਬੁਲਾਰ ਕੇ ਪਾਸ ਸੋ ਆਇਓ। ਉਹ ਕਿਸਾਨ ਫਿਰ ਰਾਏ ਬੁਲਾਰ ਕੋਲ ਆ ਗਿਆ। ਬੇਨਤੀ ਕਰ ਸਭ ਭਾਖ ਸੁਣਾਇਓ। ਤੇ ਬੇਨਤੀ ਕੀਤੀ, ਜੀ ਮੈਂ ਝੂਠ ਨਹੀਂ ਬੋਲਦਾ, ਵੀ ਵਾਕਈ ਹੁਣ ਹਰੀ ਭਰੀ ਆ, ਉੱਥੇ ਤੇ ਕੋਈ ਨਾ ਖੁਰ ਹੈ ਨਾ ਕੋਈ ਬੂਟਾ ਟੁੱਟਿਆ। ਇਉਂ ਸਾਰਾ ਕੁਝ ਆ ਕੇ ਦੱਸ ਦਿੱਤਾ। ਰਾਏ ਸਾਹਿਬ ਸੁਣੀਏ ਮੁਰ ਬਚਨ। ਹੇ ਰਾਏ ਸਾਹਿਬ, ਮੇਰੇ ਤੁਸੀਂ ਬੇਨਤੀ ਸੁਣੋ।
ਇਹ ਸਭ ਸ੍ਰੀ ਨਾਨਕ ਕੀ ਰਚਨਾ। ਇਹ ਸਾਰਾ ਜਿੰਨਾ ਕੁਝ ਆ ਜੋ ਗੁਰੂ ਨਾਨਕ ਦੇਵ ਹੈ ਨਾ, ਇਹ ਨਾਨਕ ਦਾ ਹੀ ਖੇਡ ਹੋਈ ਹੈ, ਸਾਰਾ ਇਸੇ ਨੇ ਕੀਤਾ। ਲੋਕੀ ਕਹਿੰਦੇ ਹਨ ਕਰਾਮਾਤ ਕੋ ਸਾਹਿਬ ਇਹੋ, ਇਹ ਫਿਰ ਕਰਾਮਾਤਾਂ ਦਾ ਮਾਲਕ ਹੈ। ਮੈਂ ਥੋ ਲਖਿਓ ਨਾ ਇਹਨ ਕੋ ਭੇਹੋ, ਮੇਤੋਂ ਕਹਿੰਦੇ ਇਹਨਾਂ ਦਾ ਭੇਦ ਨਹੀਂ ਜਾਣਿਆ ਗਿਆ ਹੈ। ਸਾਰਗ ਮੈਂ ਮੁਰ ਵਰਜਨ ਭਇਓ, ਕਹਿੰਦੇ ਸਾਰਗ ਮੈਂ ਮੋਹ ਵਰਜਨ ਭਇਓ, ਮੈਂ ਤਾਂ ਬੇਅਰਥ ਹੀ ਮੁਖ ਤੋਂ ਇਸ ਤਰ੍ਹਾਂ ਵਰਜਣ ਲੱਗ ਗਿਆ। ਤੁਮਰੋ ਕੁਛ ਨੁਕਸਾਨ ਨ ਥਇਓ, ਮਾਰਗ ਮੈਂ ਮੁਝ ਵਰਜਨ ਭਇਓ, ਕਹਿੰਦਾ ਮੈਨੂੰ ਰਸਤੇ ਵਿੱਚ ਵੀ ਬਹੁਤ ਰੋਕਦੇ ਰਹੇ। ਤੁਮਰੋ ਕਛ ਨੁਕਸਾਨ ਨਾ ਥਇਓ, ਇਹ ਮੈਨੂੰ ਰਸਤੇ 'ਚ ਵੀ ਕਹਿੰਦੇ ਤੇਰਾ ਕੋਈ ਨੁਕਸਾਨ ਨਹੀਂ ਹੋਇਆ ਹੈ। ਮੈਂ ਅਜਾਨ ਨਹਿ ਮਹਿਮਾ ਜਾਨੀ, ਕਹਿੰਦਾ ਰਾਏ ਬੁਲਾਰ ਜੀ ਮੈਂ ਅਣਜਾਣ, ਮੈਂ ਇਹਨਾਂ ਦੀ ਮਹਿਮਾ ਨਹੀਂ ਜਾਣ ਸਕਿਆ। ਗੁਰੂ ਨਾਨਕ ਜੀ ਵਲੀ ਮਹਾਨੀ, ਇਹ ਗੁਰੂ ਨਾਨਕ ਦੇ ਮਹਾਰਾਜ ਕੋਈ ਵਲੀ ਔਲੀਆ ਮਹਾਨ ਅਵਤਾਰ ਹਨ। ਰਾਏ ਬੁਲਾਰ ਸੁਨ ਅਚਰਜ ਭਇਓ, ਰਾਏ ਬੁਲਾਰ ਪਹਿਲਾਂ ਵੀ ਐਸੀਆਂ ਗੱਲਾਂ ਸੁਣਦਾ ਸੀ, ਉਹ ਸੁਣ ਕੇ ਉਹ ਵੀ ਬਹੁਤ ਹੈਰਾਨ ਹੋਇਆ। ਸ੍ਰੀ ਨਾਨਕ ਪ੍ਰਤਾਪ ਲਖਇਓ, ਤੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਤਾਪ ਨੂੰ ਜਾਣਿਆ ਹੈ। ਰਾਹਕ ਤਬ ਚਰਨਨ ਪਰ ਪਰਿਓ, ਤੇ ਕਰਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਪੈ ਗਿਆ। ਭੂਲ ਛਿਮਾ ਮੇਰੀ ਅਬ ਕਰਿਓ, ਬੇਨਤੀਆਂ ਕਰਦਾ ਮੇਰੀ ਭੁੱਲ ਨੂੰ ਮਾਫ ਕਰ ਦਿਓ ਜੀ। ਗੁਰੂ ਨਾਨਕ ਜੋ ਦੀਨ ਕਿਰਪਾਲਾ, ਤੇ ਗੁਰੂ ਨਾਨਕ ਦੇ ਮਹਾਰਾਜ ਜਿਹੜੇ ਭਾਈ ਦੀਨ ਹੋ ਜਾਂਦੇ ਉਹਨਾਂ ਤੇ ਕਿਰਪਾ ਕਰਨ ਵਾਲੇ। ਪਲਕ ਮਾਹੇ ਤਬ ਕੀਨ ਨਿਹਾਲਾ, ਅੱਖ ਦੇ ਪਲਕ ਚਮਕਦਿਆਂ ਹੀ ਉਸ ਕਰਸਾਨ ਨੂੰ ਮਹਾਰਾਜ ਨੇ ਨਿਹਾਲ ਕਰ ਦਿੱਤਾ। ਅਸ ਬਿਦ ਸ੍ਰੀ ਨਾਨਕ ਜਗ ਸਾਈ, ਇਸ ਤਰ੍ਹਾਂ ਭਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਗਤ ਦੇ ਮਾਲਕ। ਅਚਰਜ ਲੀਲਾ ਕਬ ਬਲ ਜਾਈ, ਐਸੇ ਉਹਨਾਂ ਦੇ ਅਚਰਜ ਲੀਲਾ ਕੌਤਕ ਨੇ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਮੈਂ ਤੇ ਉਹਨਾਂ ਦੀਆਂ ਅਚਰਜ ਲੀਲਾ ਤੋਂ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ, ਕਹਿੰਦੇ ਇੱਥੇ ਤੱਕ ਭਾਈ ਇਹ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੇ ਪਹਿਲੇ ਮਹੱਲੇ 'ਚ ਪੰਡਤ ਔਖੇਤ ਪ੍ਰਸੰਗ ਵਰਣਨ, ਪੰਡਤ ਦੇਵਦੱਤ ਦਾ ਤੇ ਖੇਤ ਹਰਾ ਭਰਾ ਹੋਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਸਪਤਮੋਂ ਮੰਦਰ ਹੈ। ਇੱਥੇ ਤੱਕ ਕਹਿੰਦੇ 7ਵਾਂ ਘਰ ਹੋ ਗਿਆ, ਭਾਵੇਂ 7ਵਾਂ ਪ੍ਰਸੰਗ ਹੈ। ਅੱਗੇ ਹੁਣ 8ਵਾਂ ਪ੍ਰਸੰਗ ਦੱਸਦੇ ਹਨ। ਦੋਹਰਾ ਨਾਨਕ ਸ਼ਾਹੀ ਦੁਆਦਸੇ, ਰੁਤ ਬਸੰਤ ਕੇ ਮਾਹੇ। ਨਾਨਕ ਸ਼ਾਹੀ ਦੁਆਦਸੇ, ਦੁਆਦਸ ਕਹਿੰਦੇ 2 ਤੇ 10 12, ਭਾਵ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ 12 ਸਾਲ ਦੇ ਹੋਏ। ਰੁੱਤ ਬਸੰਤ ਕੇ ਮਾਹੇ, ਜੋ ਬਸੰਤ ਰੁੱਤ ਦੇ ਵਿੱਚ ਬਨਾਸਪਤੀ ਗੁਲਜ਼ਾਰ ਭੀ ਜਹ ਕਹਿ ਸ਼ੁਭ ਦਰਸਾਹੀ, ਜਿੰਨੇ ਬਨਾਸਪਤੀ ਹੈ ਗੁਲਜ਼ਾਰ ਹੋਈ ਹੈ, ਖਿੜੀ ਹੋਈ ਹੈ, ਜਿੱਥੇ ਕਿੱਥੇ ਸਾਰੇ ਬਹੁਤ ਚੰਗੀ ਸੋਹਣੀ ਸ਼ੁਭ ਦਿਸ ਰਹੀ ਹੈ। ਚੌਪਈ ਸ੍ਰੀ ਗੁਰੂ ਨਾਨਕ ਬਨ ਮਹਿ ਜਾਵਹਿ, ਸ੍ਰੀ ਗੁਰੂ ਨਾਨਕ ਦੇ ਮਹਾਰਾਜੋਂ ਜੰਗਲਾਂ ਵਿੱਚ ਚਲੇ ਜਾਂਦੇ। ਬੈਠ ਸਮਾਧ ਅਗਾਧ ਲਗਾਵਹਿ, ਸਮਾਧੀ ਵਿੱਚ ਬੈਠ ਕੇ ਅਗਾਧ ਲਗਾਤਾਰ ਇੱਕ ਰਸ ਸਮਾਧੀ ਲਾ ਲੈਂਦੇ ਹਨ। ਇੱਕ ਦਿਨ ਦੂਰ ਗ੍ਰਾਮ ਤੇ ਜਾਈ, ਇੱਕ ਦਿਨ ਭਾਈ ਨਗਰ ਤੋਂ ਦੂਰ ਚਲੇ ਗਏ। ਸੈਨ ਕਰਨ ਹਿਤ ਚਿਤ ਮਹਿ ਆਈ, ਕਿ ਦੂਰ ਤੱਕ ਸੈਰ ਕਰ ਆਈਏ, ਤੁਰੇ ਗਏ ਚਿੱਤ ਦੇ ਵਿੱਚ ਐਸਾ ਆਇਆ। ਮੰਦ ਸੁਗੰਧ ਸੀਤ ਬਹਿ ਪਉਨਾ, ਸੋਹਣੀ ਸੁੰਦਰ ਹੌਲੀ ਹੌਲੀ ਸੁਗੰਧਤ ਹਵਾ ਜਿਹੜੀ ਉਹ ਚੱਲ ਰਹੀ ਸੀ। ਮਿਰਦਲ ਸੁਥਨ ਦੇਖਿਓ ਸੁਖ ਭਾਉਨਾ,
ਬਹੁਤ ਹੀ ਸੋਹਣਾ ਇੱਕ ਜਗ੍ਹਾ ਜਿਹੜੀ ਹੈ ਮਹਾਰਾਜ ਨੇ ਸਾਫ਼ ਸੁਥਰੀ ਵੇਖੀ। ਤਾ ਪਰ ਬਸਤਰ ਵਿਛਾਏ ਸਵੇਤਾ, ਉਥੇ ਭਾਈ ਸਾਫ਼ ਚਿੱਟਾ ਬਸਤਰ ਵਿਛਾ ਲਿਆ ਹੈ। ਪੌੜ ਰਹੇ ਪੁਨ ਕਿਰਪਾ ਨ ਕੀਤਾ, ਕਿਰਪਾ ਦੇ ਘਰ ਸਤਿਗੁਰੂ ਜੀ ਇਉਂ ਲੰਮੇ ਪੈ ਗਏ। ਭਏ ਨੀਂਦ ਬਸ ਮੁੰਦਰ ਤਲੋਚਨ, ਅੰਗਾ ਜਿਹੜੀਆਂ ਅੱਖਾਂ ਬੰਦ ਕਰ ਲੀਆਂ ਤੇ ਨੀਂਦ ਬਸ ਹੋ ਗਏ। ਭਾਵ ਇਹ ਵੀ ਮਹਾਰਾਜ ਦੀ ਕਲਾ ਕੌਤਕ ਹੈ। ਗੁਰੂ ਗੁਰਮੁਖੋਂ ਸੌਂਦਾ ਨਹੀਂ ਹੈ। ਸਰੀਰ ਰੂਪ ਵਿੱਚ ਮਹਾਰਾਜ ਨੇ ਕੌਤਕ ਕੀਤੇ ਤੇ ਨੀਂਦ ਵਿੱਚ ਹੋ ਗਏ। ਕਰੁਣਾ ਖਾਨ ਜੋ ਸੋਚ ਵਿਮੋਚਨ, ਜੋ ਕਿਰਪਾ ਦੀ ਖਾਨ ਤੇ ਸੋਚਾਂ ਨੂੰ ਸੋਗਾਂ ਨੂੰ ਕੱਟਣ ਵਾਲੇ ਹਨ। ਖਟ ਘਟ ਕਾ ਜਬ ਸੋਤੇ ਬੀਤੀ, ਜਦੋਂ ਗੁਰਮੁਖੋ 6 ਘੜੀਆਂ ਮਹਾਰਾਜ ਨੂੰ ਇਉਂ ਆਰਾਮ ਨਾ ਪਏ ਬੀਤ ਗਈਆਂ। ਤਰਵਰ ਕੀ ਛਾਇਆ ਵਿਪਰੀਤੀ, ਇਹ ਵੀ ਮਹਾਰਾਜ ਦੀ ਮੌਜ ਹੈ। ਇੱਕ ਵਾਰੀ ਦੇਖੋ ਦਰਖਤਾਂ ਦੀ ਸਾਰਿਆਂ ਦੀ ਛਾਂ ਦੂਏ ਪਾਸੇ ਹੋ ਗਈ, ਇੱਕ ਉਵੇਂ ਹੀ ਰਹੀ। ਉਹ ਵੀ ਪ੍ਰਸੰਗ ਆਊ, ਕਿਉਂਕਿ ਕੁਦਰਤ ਉਹਦੇ ਹੁਕਮ 'ਚ ਹੈ ਨਾ। ਤੇ ਜੇ ਹੁਣ ਉਹਦੀ ਮੌਜ ਹੈ ਤੇ ਜਿੰਨਾ ਜੋ ਛਾਇਆ ਵਾ, ਛਾਇਆ ਮਾਇਆ ਸਭ ਉਸੇ ਦੀ ਹੋਈ ਹੈ। ਤੇ ਉਹ ਭਾਈ ਜਦੋਂ 6 ਘੜੀਆਂ ਬੀਤ ਗਈਆਂ, ਤਰਵਰ ਕੀ ਛਾਇਆ ਵਿਪਰੀਤੀ, ਹੁਣ ਦਰਖਤ ਦੀ ਜਿਹੜੀ ਛਾਂ ਸੀ ਜਿੱਥੇ ਪਏ ਸਨ ਉਹ ਉਲਟ ਹੋ ਗਈ। ਪਸ਼ਚਮ ਦਿਸ਼ਾ ਧਰਨ ਬਹੁ ਜਾਵਾ, ਤੇ ਜਦੋਂ ਦੁਪਹਿਰ ਤੋਂ ਤਾਂ ਪੱਛਮ ਵੱਲ ਨੂੰ ਸੂਰਜ ਬਹੁਤਾ ਚਲਿਆ ਗਿਆ। ਮੁਖ ਪੰਕਜ ਪਰ ਆਤਪ ਆਵਾ, ਕਮਲ ਵਰਗੇ ਮੁਖ ਦੇ ਉੱਤੇ ਆਤਪ ਧੁੱਪ ਆ ਗਈ। ਸ਼ੇਸ਼ ਨਾਗ ਸਭ ਜਾਨ ਵਰਤੰਤਾ, ਤਾਂ ਸ਼ੇਸ਼ ਨਾਗ ਸੱਪ ਨੇ ਭਾਈ ਸਾਰਾ ਇਹ ਵਰਤੰਤ ਜਾਣਿਆ। ਅਸ ਵਿਦ ਧੂਪ ਸਹੇ ਜਗ ਕੰਤਾ, ਇਸ ਤਰ੍ਹਾਂ ਤਾਂ ਜਗਤ ਦੇ ਕੰਤ ਮਾਲਕ ਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਧੁੱਪ ਸਹਿ ਰਹੇ ਹਨ। ਆਇਓ ਨਮਸਕਾਰ ਬਹੁ ਕੀਨੀ, ਤੇ ਉਹਨੇ ਆ ਕੇ ਬਹੁਤ ਵਾਰੀ ਸਤਿਗੁਰਾਂ ਨੂੰ ਨਮਸਕਾਰ ਕੀਤੀ। ਬਹੁਰੋ ਤੀਨ ਪ੍ਰਦਖਨਾ ਦੀਨੀ, ਫਿਰ ਮਹਾਰਾਜ ਦੀਆਂ ਪਏ ਸਨ ਸਰਪ ਨੇ 3 ਪ੍ਰਕਰਮਿਆਂ ਕੀਤੀਆਂ। ਉੱਚੇ ਫਨ ਹੇਤ ਛਾਬ ਕੇ ਫਨ ਵਿਸਥਾਰਾ, ਤੇ ਮਹਾਰਾਜ ਨੂੰ ਛਾਂ ਦੇਣ ਵਾਸਤੇ ਨਾ ਚਿਹਰੇ ਉੱਤੇ ਆਪਣਾ ਫਨ ਖਿਲਾਰ ਲਿਆ। ਅਤ ਉਜਲ ਜਿਮ ਚੰਦ ਉਜਾਰਾ, ਬੜਾ ਪਵਿੱਤਰ ਚਮਕਦਾ ਜਿਵੇਂ ਚੰਦਰਮਾ ਉਜਾਰੀ ਦੇ ਰਿਹਾ, ਚੰਦਰਮਾ ਪ੍ਰਕਾਸ਼ ਦੇ ਰਿਹਾ। ਉੱਚੇ ਫਨ ਅਸ ਸੋਭਾ ਪਾਈ, ਉੱਚਾ ਫਣ ਕੀਤਾ ਇਉਂ ਸੋਭਾ ਪਾਈ ਹੈ। ਕਿਦੋਂ ਸਿੰਧ ਸੀ ਛੇਜ ਬਣਾਈ, ਵੀ ਮਾਨੋ ਜਿਵੇਂ ਸਮੁੰਦਰ ਦੇ ਵਿੱਚ ਉਹਨੇ ਛੇਜਾ ਬਣਾਈ ਹੋਵੇ। ਸਭ ਸਰੀਰ ਪਰ ਜਿਸ ਕੀ ਛਾਇਆ, ਸਾਰੇ ਸਰੀਰ ਉੱਤੇ ਜਿਸ ਦੇ ਫਣ ਦੀ, ਬੜਾ ਚੌੜਾ ਫਣ ਸੀ ਉਹਦੀ ਛਾਂ। ਜੜ ਸਾ ਥਿਰ ਨਹਿ ਨਹਿ ਕੋ ਡੁਲਾਇਆ, ਇਉਂ ਜੜ ਵਾਂਗੂ ਹੋ ਗਿਆ, ਭੋਰਾ ਵੀ ਨਹੀਂ ਇੱਧਰ ਉੱਧਰ ਨੂੰ ਡੋਲਿਆ ਹੈ। ਅਸ ਵਿਦ ਕਿੰਚਤ ਕਾਲ ਬਤੀਤਾ, ਇਸ ਤਰ੍ਹਾਂ ਕੁਝ ਸਮਾਂ ਬੀਤਿਆ ਹੈ। ਕੀਏ ਛਾਵ ਅਤ ਹਰਖਤ ਚੀਤਾ, ਜਦੋਂ ਭਾਈ ਬਹੁਤ ਚਿੱਤ ਵਿੱਚ ਖੁਸ਼ੀ ਲੈ ਕੇ ਸਰਪ ਨੇ ਛਾਂ ਕੀਤੀ ਹੈ। ਤਲਵੰਡੀ ਨ੍ਰਿਪ ਰਾਏ ਬੁਲਾਰੂ, ਤਾਂ ਤਲਵੰਡੀ ਦਾ ਰਾਜਾ ਰਾਏ ਬੁਲਾਰ। ਸਹਿਤ ਸੈਨ ਕਿਤੇ ਅਨੰਤ ਪਧਾਰੂ, ਉਹ ਆਪਣੀ ਫੌਜ ਸਮੇਤ ਕਿਤੇ ਚੱਲਿਆ ਸੀ। ਤਹਿ ਵੇਲਾ ਤਿਤ ਚੱਲ ਕਰ ਆਵਾ, ਉਸ ਵੇਲੇ ਕਿਸੇ ਪਾਸਿਓਂ ਘੁੰਮ ਫਿਰ ਕੇ ਉਹ ਆਇਆ ਸੀ। ਜਹ ਕੋ ਜਾਗਿਓ ਭਾਗ ਸੁਹਾਵਾ, ਸੰਤ ਰੇਣ ਜੀ ਕਹਿੰਦੇ ਭਾਈ ਜੀ ਦੇ ਸ਼ੁਭ ਭਾਗ ਜਾਗੇ ਰਾਏ ਬੁਲਾਰ ਦੇ। ਫੌਜ ਤੁਰੰਗਮ ਸੰਗ ਸੁਰੰਗਾ, ਨਾਲ ਘੋੜਿਆਂ ਦੇ ਉੱਤੇ ਹੋਰ ਉਹਦੇ ਭਾਈ ਸੋਹਣੇ ਸੁੰਦਰੋ ਦੀ ਫੌਜ ਸਿਪਾਹੀ ਹਨ। ਆਵਹਿ ਨਗਰ ਹੈ ਹੋਰ ਉਮੰਗਾ, ਉਹ ਹੁਣ ਬੜੇ ਉਤਸ਼ਾਹ ਨਾਲ ਨਗਰ ਵੱਲ ਨੂੰ ਆ ਰਿਹਾ ਸੀ। ਦੇਖ ਨਾਗ ਕੀ ਉਹ ਅਨਮਾਨਾ, ਮੂਰੇ ਆ ਰਿਹਾ ਦੂਰੋਂ ਦੇ ਸੱਪ ਨਦਰੀ ਪਿਆ ਹੈ ਤੇ ਅਨੁਮਾਨ ਜਿਹਾ ਲਾਇਆ।
ਉਜਲ ਪਟ ਆਤਪ ਤੇ ਤਨ। ਵੀ ਕੋਈ ਪਿਆ ਹੈ ਤੇ ਚਿੱਟਾ ਜਾਂ ਕੋਈ ਸੋਹਣਾ ਬਸਤਰ ਲੱਗਦਾ ਜਿਵੇਂ ਕਿਸੇ ਨੇ ਧੁੱਪ ਤੋਂ ਮੁਖ ਤੇ ਤਾਣਿਆ ਹੋਵੇ। ਤਰਵਰ ਕੀ ਛਾਇਆ ਬਰ ਤਿਆਗੀ। ਕਹਿੰਦੇ ਇਸ ਤਰ੍ਹਾਂ ਦਰਖਤ ਦੀ ਜਿਹੜੀ ਸੋਹਣੀ ਸੁੰਦਰ ਛਾਂ ਹੈ ਉਹ ਦੇਖੋ ਛੱਡੀ ਹੋਈ ਹੈ। ਪਟ ਓਢਨ ਕਿਉ ਭਾ ਅਨੁਰਾਗੀ। ਇਹ ਛਾਵੇਂ ਨਹੀਂ ਪਿਆ, ਇਹ ਸਰੀਰ ਉੱਤੇ ਇਸ ਤਰ੍ਹਾਂ ਚਿੱਟਾ ਜਾਂ ਮੁਖ ਤੇ ਬਸਤਰ ਕਿਉਂ ਉੱਤੇ ਨੂੰ ਕੀਤਾ ਹੋਇਆ, ਇਹਦੇ ਵਿੱਚ ਕੀ ਪ੍ਰੇਮ ਹੈ। ਅਸ ਵਿਚਾਰ ਕਰਤਿਓ ਢਿਗਿਆ ਵਾ। ਇਹੋ ਜੀ ਵਿਚਾਰ ਕਰਦਾ ਉਹ ਕੋਲ ਆ ਗਿਆ ਹੈ। ਰਸਨਾ ਫਰਕਤ ਮੁਖ ਦ੍ਰਿਸ਼ਟਾਵਾ। ਇਉਂ ਰਸਨਾ ਜਿਹੜੀ ਹੈ ਸੋਚਦਾ ਹੁੰਦਾ ਫਰਕਦੀ ਹੈ, ਮੁਖ ਤੋਂ ਦੇਖਦਾ ਹੁੰਦਾ। ਸ਼ੇਸ਼ ਨਾਗ ਲਖ ਬੜਿਆ ਕਾਰਾ। ਨੇੜੇ ਆਇਆ ਤੇ ਦੇਖਿਆ ਬਹੁਤ ਵੱਡੇ ਆਕਾਰ ਦਾ ਇੱਕ ਸ਼ੇਸ਼ ਨਾਗ ਹੈ। ਕਰ ਉੱਚੋ ਆਜੁਤ ਬਿਸਥਾਰਾ। ਫਣ ਉੱਚਾ ਕੀਤਾ ਬਹੁਤ ਉਹਨੂੰ ਫੈਲਾਇਆ ਹੋਇਆ ਹੈ। ਰਾਏ ਵਿਚਾਰਤ ਔਰ ਭਰ ਦਾਇਆ। ਹਿਰਦੇ ਵਿੱਚ ਦਇਆ ਜੀ ਧਾਰ ਕੇ ਰਾਏ ਬੁਲਾਰ ਨੇ ਸੋਚਿਆ ਹੈ। ਬਾਰਕ ਮਰਿਓ ਸਰਪ ਨੇ ਖਾਇਆ। ਲੱਗਦਾ ਇਹ ਕੋਈ ਬਾਲਕ ਮਰ ਗਿਆ ਹੈ, ਸਰਪ ਨੇ ਡੰਗ ਮਾਰ ਦਿੱਤਾ ਹੈ। ਜੇ ਜੀਵਤ ਤਬ ਕੋ ਅਵਤਾਰੀ। ਤੇ ਹਾਂ ਜੇ ਜਿਉਂਦਾ ਹੋਇਆ ਫਿਰ ਇਹ ਕੋਈ ਅਵਤਾਰੀ ਪੁਰਸ਼ ਹੈ। ਸ਼ੇਸ਼ ਨਾਗ ਜਹ ਸੇਵਾਕਾਰੀ। ਜਿਹਦੀ ਸੇਵਾ ਸ਼ੇਸ਼ ਨਾਗ ਕਰ ਰਿਹਾ ਹੈ। ਹੀਰਨ ਹਿਤ ਨਰ ਨਿਕਟ ਪਠਾਇਆ। ਵੇਖਣ ਵਾਸਤੇ ਇੱਕ ਸਿਪਾਹੀ ਆਪਣਾ ਰਾਏ ਬੁਲਾਰ ਨੇ ਕੋਲ ਭੇਜਿਆ। ਤਬੈ ਨਾਗ ਪਾਤਾਲ ਸਿਧਾਇਆ। ਤੇ ਜਦੋਂ ਆਦਮੀ ਕੋਲੇ ਨੂੰ ਗਿਆ ਉੱਤੇ ਨਾਗ ਜਿਹੜਾ ਸੀ ਧਰਤੀ ਵਿੱਚ ਜਾ ਵੜਿਆ, ਪਤਾਲ ਵਿੱਚ ਸਦਾ ਚਲਿਆ ਗਿਆ। ਪੁਨ ਗਾ ਤੌਰ ਤੁਰੰਗਮ ਰਾਉ। ਫਿਰ ਭਾਈ ਜਿਹੜਾ ਰਾਏ ਬੁਲਾਰ ਹੈ ਉਹ ਵੀ ਘੋੜਾ ਨੇੜੇ ਨੂੰ ਲੈ ਕੇ ਗਿਆ ਹੈ। ਲਖ ਅਸਚਰਜ ਦੇਖਨ ਹਿਤ ਚਾਉ। ਇਹ ਚਰਜ ਜੇ ਕੌਲ ਜਿਹੜਾ ਹੈ ਸੇ ਜਾਣ ਕੇ ਦੇਖਣ ਵਿੱਚ ਚਾਹ ਹੋਇਆ। ਨਿਕਟ ਗਏ ਸੁਨ ਖੁਰਕੋ ਖਰਕੋ। ਜਦੋਂ ਨੇੜੇ ਗਏ ਤੇ ਘੋੜਿਆਂ ਦੇ ਖੁਰਾਂ ਦਾ ਖੜਕਾ ਸੁਣ ਕੇ ਤਨ ਸੁਚੇਤ ਭਾ ਬੇਦੀ ਬਰਕੋ। ਬੇਦੀ ਬਰ ਬੇਦੀਆਂ ਦੇ ਮੁਖ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੇਦ ਵੰਸ਼ ਦੇ ਸ੍ਰੇਸ਼ਟ ਤਨ ਸੁਚੇਤ ਭਾਵ ਉੱਠ ਕੇ ਬੈਠ ਗਏ। ਲੋਚਨ ਬਿਗਸੇ ਦਲ ਪੁਸ਼ ਕਰਸੇ। ਇਉਂ ਜਿਹੜੇ ਜਿਵੇਂ ਕਮਲ ਖਿੜ ਜਾਂਦਾ ਹੈ ਨਾ, ਇਸ ਤਰ੍ਹਾਂ ਫੁੱਲਾਂ ਵਾਂਗੂ ਸਤਿਗੁਰਾਂ ਦੇ ਨੇਤਰ ਬਿਗਸੇ ਖਿੜੇ ਹਨ। ਕਾਰੇ ਕੇਸ ਸੁਭੈ ਸਿਰ ਪਰਸੇ। ਸਿਰ ਦੇ ਉੱਤੇ ਭਾਈ ਸ਼ੁਭ ਕਾਲੇ ਕੇਸ ਜਿਹੜੇ ਹੈ ਉਹ ਮਹਾਰਾਜ ਦੇ ਸ਼ੋਭਦੇ ਐ। ਢਿਗ ਅਰੂੜ ਅਸ ਹੇਰਿਓ ਰਾਈ। ਕੋਲ ਜਾ ਕੇ ਰਾਏ ਬੁਲਾਰ ਨੇ ਵੇਖਿਆ। ਭੀਰ ਭਟਨ ਕੀ ਸੰਗ ਸੁਹਾਈ। ਤੇ ਦੇਖਿਆ ਵੀ ਰਾਏ ਬੁਲਾਰ ਕੋਲ ਖੜਾ। ਮਹਾਰਾਜ ਨੇ ਦੇਖਿਆ ਨਾਲ ਉਹਦੇ ਸਿਪਾਹੀਆਂ ਦੀ ਬੜੀ ਭੀੜ ਹੈ। ਉੱਠ ਤਬ ਸ੍ਰੀ ਨਾਨਕ ਸੁਖ ਕੰਦਨ। ਤਦ ਭਾਈ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਉੱਠੇ ਹਨ। ਜੋ ਕਲ ਮਲ ਕਲ ਕਾਲ ਨਿਕੰਦਨ। ਜੋ ਕਲਯੁਗ ਦੇ ਭਾਈ ਪਾਪਾਂ ਨੂੰ ਕਾਲ ਨੂੰ ਕੱਟਣ ਵਾਲੇ ਨੇ। ਰਾਏ ਬੁਲਾਰ ਤਬ ਉਤਰ ਤੁਰੰਗਾ। ਉਦੋਂ ਨੂੰ ਰਾਏ ਬੁਲਾਰ ਵੀ ਘੋੜੇ ਤੋਂ ਉਤਰਿਆ ਹੈ। ਲਾਏ ਸ੍ਰੀ ਨਾਨਕ ਗਰ ਸੰਗਾ। ਤੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਭੱਜ ਕੇ ਗਲ ਲਾਇਆ ਹੈ। ਸਾਦਰ ਸੋ ਚਰਨਨ ਪਰ ਪਰਿਓ। ਫੇਰ ਆਦਰ ਦੇ ਨਾਲ ਮਹਾਰਾਜ ਦੇ ਚਰਨਾਂ ਤੇ ਪੈ ਗਿਆ। ਚੂਮਤ ਚਰਨ ਪ੍ਰੇਮ ਰਸ ਢਰਿਓ। ਗੁਰੂ ਸਾਹਿਬ ਦੇ ਰਾਏ ਬੁਲਾਰ ਚਰਨ ਚੁੰਮਣ ਲੱਗ ਗਿਆ, ਪ੍ਰੇਮ ਰਸ ਵਿੱਚ ਢਲ ਗਿਆ। ਭਾ ਅਧੀਨ ਮਨ ਕਰ ਬਹੁ ਭਾਉ। ਤੇ ਮਨ ਵਿੱਚ ਬਹੁਤ ਪ੍ਰੇਮ ਕਰਕੇ ਸਤਿਗੁਰਾਂ ਦੇ ਅਧੀਨ ਅਨੁਸਾਰੀ ਹੋਇਆ। ਜਾਣਿਓ ਇਹ ਅਵਤਾਰ ਖੁਦਾਊ। ਇਹ ਜਾਣਿਆ ਵੀ ਇਹ ਤੇ ਖੁਦਾ ਦਾ ਅਵਤਾਰ ਹਨ। ਬਹੁਰ ਨ ਮਨ ਕਬ ਕੀਨ ਡੁਲਾਊ।
ਤੇ ਉਦੋਂ ਹੀ ਐਡੀ ਸ਼ਰਧਾ ਵੱਜ ਗਈ। ਮੁੜ ਕੇ ਰਾਏ ਬੁਲਾਰ ਨੇ ਕਦੇ ਵੀ ਮਨ ਵਿੱਚ ਅਸ਼ਰਧਾ ਸ਼ੰਕਾ ਨਹੀਂ ਧਾਰੀ, ਮਨ ਨਹੀਂ ਡਲਾਇਆ ਫਿਰ ਮਹਾਰਾਜ ਤੋਂ। ਥਿਰ ਕਰ ਸ਼ਰਧਾ ਤਾ ਦਿਨ ਰਾਉ, ਉਸ ਦਿਨ ਤੋਂ ਰਾਏ ਬੁਲਾਰ ਦੀ ਪੱਕੀ ਸ਼ਰਧਾ ਹੋ ਗਈ। ਗ੍ਰਹਿ ਆਇਓ ਨਿਜ ਮੰਤਰ ਬੁਲਾਇਓ, ਤੇ ਘਰ ਆ ਕੇ ਆਪਣੇ ਮੰਤਰੀ ਭਾਂ ਬਾਬਾ ਕਾਲੂ ਜੀ ਨੂੰ ਸੱਦਿਆ ਹੈ। ਕਰ ਆਦਰ ਨਿਜ ਨਿਕਟ ਬਿਠਾਇਓ, ਬਾਬਾ ਕਾਲੂ ਜੀ ਦਾ ਆਦਰ ਕਰਕੇ ਆਪਣੇ ਕੋਲ ਬਿਠਾਇਆ ਹੈ। ਜਾਗਿਓ ਭਾਗ ਜਾਗਿਓ ਵੱਡੋ ਭਾਗ ਕਲ ਤੇਰੋ, ਕਹਿਣ ਲੱਗਿਆ ਹੈ ਬਾਬਾ ਕਾਲੂ ਤੇਰੇ ਤਾਂ ਬਹੁਤ ਵੱਡੇ ਭਾਗ ਜਾਗ ਪਏ। ਸੋ ਸੰਸਰ ਕੇ ਔਰ ਨਾ ਹੇਰੋ, ਤੇਰੇ ਬਰਾਬਰ ਕੋਈ ਹੋਰ ਨਾ ਵੇਖ, ਭਾਵ ਤੂੰ ਤੇ ਬਹੁਤ ਵੱਡੇ ਭਾਗਾਂ ਵਾਲਾ ਹੈ। ਸ੍ਰੀ ਨਾਨਕ ਕੋ ਪੁੱਤਰ ਨਾ ਜਾਨੋ, ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਹੈ ਨਾ, ਉਹਨਾਂ ਨੂੰ ਤੂੰ ਪੁੱਤਰ ਨਾ ਜਾਣੀ ਵੀ ਪੁੱਤਰ ਹਨ। ਪਰਮੇਸ਼ਰ ਲਖ ਸ਼ਰਧਾ ਠਾਨੋ। ਐ ਰਾਏ ਬੁਲਾਰ ਕਹਿਣ ਲੱਗਿਆ ਕਾਲੂ ਆਪਣੇ ਪੁੱਤਰ ਨੂੰ ਪਰਮੇਸ਼ਰ ਜਾਣ ਕੇ ਉਹਦੇ ਤੇ ਸ਼ਰਧਾ ਧਾਰ ਲੈ। ਰਾਏ ਬੁਲਾਰ ਕਾਲੂ ਕੇ ਸਾਥਾ, ਫਿਰ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਦੇ ਨਾਲ ਕਰੀ ਸਰਪ ਕੀ ਸਗਰੀ ਕਾਥਾ, ਜੋ ਸੱਪ ਦੀ ਛਾਂ ਕਰਨ ਵਾਲੀ ਉਹ ਸਾਰੀ ਕਥਾ ਕਹੀ ਹੈ। ਸੁਣ ਕਰ ਸ੍ਰੀ ਕਾਲੂ ਸੁਖ ਪਾਇਓ, ਇਹ ਸੁਣ ਕੇ ਬਾਬਾ ਕਾਲੂ ਜੀ ਨੇ ਬਹੁਤ ਸੁਖ ਪਾਇਆ ਹੈ। ਦੀਨੋ ਦਾਨ ਬਹੁ ਆਨੰਦ ਬਢਾਇਓ, ਬੜੀ ਖੁਸ਼ੀ ਹੋਈ ਵੀ ਰਾਏ ਬੁਲਾਰ ਵੀ ਮੇਰੇ ਪੁੱਤਰ ਨੂੰ ਕਹਿ ਰਿਹਾ ਇਹ ਖੁਦਾ ਦਾ ਅਵਤਾਰ ਹੈ। ਪਹਿਲਾਂ ਗੋਪਾਲ ਪਾਂਧਾ ਕਹਿੰਦੇ ਉਹ ਕਹੇ ਜਾਵੇ ਤੇ ਪਰਮੇਸ਼ਰ ਦਾ ਅਵਤਾਰ ਹੈ, ਫਿਰ ਕੁਤਬਦੀਨ ਮੁੱਲਾ ਕਹੀ ਜਾਵੇ ਖੁਦਾ ਦਾ ਅਵਤਾਰ ਹੈ, ਫਿਰ ਦੇਵਦੱਤ ਪੰਡਤ ਕਹਿੰਦਾ ਇਹ ਤੇ ਪਰਮੇਸ਼ਰ ਦਾ ਅਵਤਾਰ ਹੈ। ਤੇ ਜਿਹੜਾ ਪੰਡਤ ਹਰਦਿਆਲ ਜੀ ਨੂੰ ਇੱਥੇ ਸਾਰੇ ਮੰਨਦੇ ਐ, ਸਭ ਦੀਆਂ ਪੱਤਰੀਆਂ ਬਣਾਉਣ ਵਾਲਾ, ਉਹ ਮੇਰੇ ਪੁੱਤਰ ਨੂੰ ਨਮਸਕਾਰਾਂ ਕਰਨ ਲੱਗ ਗਿਆ। ਇਸ ਕਰਕੇ ਮਨ ਵਿੱਚ ਭਾਵਨਾ ਹੋਈ ਵੀ ਹਾਂ ਇਹ ਵਾਕਈ ਪਰਮੇਸ਼ਰ ਅਵਤਾਰ ਹੈ। ਦੀਨੋ ਦਾਨ ਬਹੁ ਆਨੰਦ ਵਧਾਇਓ, ਦਾਨ ਦਿੱਤਾ ਹੈ ਬਹੁਤ ਆਨੰਦ ਵਧਾਇਆ ਹੈ। ਤਾ ਦਿਨ ਤੇ ਤਲਵੰਡੀ ਪੁਰ ਮੈਂ, ਉਸ ਦਿਨ ਤੋਂ ਤਾਂ ਫਿਰ ਸਾਰੇ ਤਲਵੰਡੀ ਨਗਰ ਵਿੱਚ ਮਹਿਮਾ ਕਹਿਤ ਭਏ ਘਰ ਘਰ ਮਹਿ, ਘਰ ਘਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ ਹੋਣ ਲੱਗੀ ਹੈ। ਇਹ ਤਾਂ ਰਾਏ ਬੁਲਾਰ ਵੀ ਉਹਨਾਂ ਤੇ ਸ਼ਰਧਾ ਧਾਰਦਾ ਹੈ, ਰਾਏ ਬੁਲਾਰ ਨੇ ਵੀ ਇਹਨਾਂ ਨੂੰ ਮੱਥਾ ਟੇਕਿਆ ਹੈ। ਸਾਰੇ ਘਰ ਘਰ ਵਿੱਚ ਮਹਿਮਾ ਹੋਈ। ਇਹ ਗੁਰਮੁਖੋ 8ਵਾਂ ਜਿਹੜਾ ਹੈ ਪ੍ਰਸੰਗ, ਤੇ ਇਹ ਲਗਭਗ ਇਹਦੇ ਵਿੱਚ ਵੀ 2 ਪ੍ਰਸੰਗ ਗਿਆਨੀ ਜੀ ਨੇ ਜੋ ਸੰਤ ਰੇਣ ਕਵੀ ਜੀ ਨੇ ਦਿੱਤੇ। ਜਿਵੇਂ 7ਵੇਂ ਪ੍ਰਸੰਗ ਦੇ ਵਿੱਚ ਵੀ 2 ਨੇ ਪ੍ਰਸੰਗ, ਇਸੇ ਤਰ੍ਹਾਂ ਕਿ ਜੋ ਇੱਕ ਤਾਂ ਦੇਵਦੱਤ ਪੰਡਤਾਂ ਦਾ ਇੱਕ ਖੇਤੀ ਹਰੀ ਭਰੀ ਹੋਣ ਦਾ, ਇਹ 7ਵੇਂ ਘਰ ਦੇ ਵਿੱਚ 2 ਪ੍ਰਸੰਗ ਦਿੱਤੇ। ਤੇ ਇਸ 8ਵੇਂ ਘਰ ਵਿੱਚ ਵੀ ਇਹ 2 ਪ੍ਰਸੰਗ ਹੈ, ਜਿਹਦੇ ਵਿੱਚੋਂ ਆਪਾਂ ਪਹਿਲਾ ਇਹ ਪ੍ਰਸੰਗ ਜਿਹੜਾ ਹੈ ਸਰਪ ਦੀ ਛਾਂ ਵਾਲਾ ਉਹ ਗੁਰਮੁਖੋ ਸਰਵਣ ਕਰ ਲਿਆ। ਇਹਦੇ ਵਿੱਚ ਹੀ ਦੂਜਾ ਪ੍ਰਸੰਗ 8ਵੇਂ ਘਰ ਵਿੱਚ ਹੈ, ਜੋ ਜਿਵੇਂ ਦਰਖਤ ਦੀ ਇੱਕ ਛਾਂ ਸੀ, ਬਾਕੀ ਸਾਰਿਆਂ ਦੀ ਘੁੰਮ ਗਈ ਪਰ ਉਹ ਉਸੇ ਤਰ੍ਹਾਂ ਰਹੀ ਹੈ। ਇਹ ਚਰਜ ਕੌਤਕ ਵੀ ਰਾਏ ਬੁਲਾਰ ਨੇ ਦੇਖਿਆ ਤਾਂ ਉਸ ਤੋਂ ਹੋਰ ਬਹੁਤ ਜ਼ਿਆਦਾ ਭਾਵਨਾ ਵੱਜ ਗਈ ਹੈ। ਤੇ ਬਾਕੀ ਹੋਰ ਅਗਲੇ ਜਿਹੜੇ ਪ੍ਰਸੰਗ ਹਨ ਉਹ ਗੁਰਮੁਖੋ ਆਪਾਂ ਕਿ ਕਿਵੇਂ ਸਤਿਗੁਰੂ ਜੀ ਸਾਧੂਆਂ ਗੁਰਮੁਖਾਂ ਦੇ ਸੰਗ ਵਿੱਚ ਵੀ ਜਾ ਬੈਠਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਆ, ਉਤਾਰ ਰਹੇ ਨੇ ਸਭ ਨੂੰ। ਇਹ ਆਪਾਂ ਹੁਣ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ। ਆਓ ਇੱਥੇ ਹੀ ਟਾਈਮ ਦੀ ਹੁਣ ਸਮਾਪਤੀ ਵੀ ਹੈ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।